लेफ्टिनेंट उमर फयाज उन्होंने टेररिस्ट ने किडनैप किया सी। कश्मीर में सेना के लेफ्टिनेंट उमर फयाज को आतंकियों ने गोलियों से भून दिया था। किडनैप करके टॉर्चर किया इन्फॉर्मेशन ले जे जो उन्होंने दिती नहीं ते उन्होंने मार के एक चौराहे ते छड़ दिता सी। 6-7 आतंकियों की टीम ने फयाज को किडनैप किया और फिर उन्हें गोली मार दी। करीब एक 8th स्टैंडर्ड के बच्चे ने बताया कि उसके स्कूल बैग में एक भैया ने ग्रेनेड दी है। जो डीएसपी की बेटी थी, ये मुझे बताया गया, डीएसपी की बेटी की थी, उसके साथ उसका अफेयर था, इस वजह से डीएसपी साहब ने उसको मरवा दिया है। कदे ਤੁਹਾਨੂੰ ਕਿਸੇ ਟੈਰਰਿਸਟ ਦੀ ਇੰਟਰਵਿਊ ਵੀ ਦੇ ਲਈ ਵੀ ਮੌਕਾ ਮਿਲਿਆ ਕਿ ਵੀ ਜੇਲ੍ਹ ਦੇ ਵਿੱਚ ਜਾ ਕੇ ਇੰਟਰਵਿਊ ਕਰਕੇ ਆਓ? हाँ जी, ज्यादा नाटक किया ना तो तेरे अखरोट तेरे मुंह से बाहर निकाल दूंगी। महसूस तो मैं कर रही थी कि मैं अपनी चप्पल निकाला तो ਇਹਦੇ ਉੱਥੇ ਕੁੱਟ ਛੱਡਾਂ ਸੀਰੀਅਸਲੀ। ਮੈਂ ਤਾਂ ਉਹਨੂੰ ਪੁਲਿਸ ਵਾਲੇ ਨੂੰ ਵੀ ਕਿਹਾ, ਮੈਂ ਕਿਹਾ ਜੀ ਤੁਸੀਂ ਪੈਸੇ ਲੈ ਲਿਓ, ਇਹਨੂੰ ਕੁੱਟ ਛੱਡਣਾ ਇੱਕ ਵਾਰ ਤੇ ਇਹਨੂੰ ਲਾਲ ਪੀਲਾ ਕਰ ਦੇਣਾ। ਇੱਕ ਬੰਦਾ ਤੇ ਡਬਲ ਏਜੰਟ ਸੀਗਾ, ਸਾਨੂੰ ਵੀ ਇਨਫੋਰਮੇਸ਼ਨ ਦਿੰਦਾ ਸੀ, ਅਸੀਂ ਉਸ ਇਨਫੋਰਮੇਸ਼ਨ ਤੋਂ ਐਕਟ ਕਰਦੇ ਸੀਗੇ। ਪੁਲਵਾਮਾ 'ਚ ਇੱਕ ਟੈਰਰਿਸਟ ਇਨਕਾਊਂਟਰ ਹੋਇਆ ਸੀਗਾ ਜਿਹਦੇ ਹੱਥੀ ਅਸੀਂ 3 ਟੈਰਰਿਸਟ मार देते ਸੀਗੇ। तो सारी लेडीज़ ने मेरे को घेर लिया कि तुम टेररिस्ट पे लिख रही हो। ਲੇਖਕ ਬਹੁਤ ਤਰ੍ਹਾਂ ਦੇ ਹੁੰਦੇ ਨੇ, ਕਹਿੰਦੇ ਕੋਈ ਪੈਸੇ ਲਈ ਕੰਮ ਕਰਦਾ ਤੇ ਕੋਈ ਪੈਸਾ ਕਮਾਉਂਦਾ ਤਾਂ ਪਰ ਉਹ ਪੈਸਾ ਕਈਆਂ ਦੇ ਉੱਤੇ ਲਾ ਦਿੰਦਾ ਹੈ। ਕਈ ਅਜਿਹੇ ਲੇਖਕ ਨੇ ਜੋ ਪੰਜਾਬ ਦੇ ਵਿੱਚ ਪ੍ਰਸਿੱਧ ਨੇ ਜਾਂ ਆਲ ਓਵਰ ਇੰਡੀਆ, ਆਲ ਓਵਰ ਦੀ ਵਰਲਡ ਦੇ ਵਿੱਚ ਫੇਮਸ ਨੇ, ਪਰ ਉਹਨਾਂ ਦੀਆਂ ਜਿਹੜੀਆਂ ਕਹਾਣੀਆਂ ਨੇ ਉਹ ਸੱਚ ਬਿਆਨ ਕਰ ਰਹੀਆਂ ਹੁੰਦੀਆਂ ਨੇ, ਲੋਕਾਂ ਦੇ ਸਾਹਮਣੇ ਆ ਜਾਂਦੇ ਨੇ। ਉਹਨਾਂ ਦੇ ਵਿੱਚੋਂ ਇੱਕ ਨਾਮ ਹੈ, ਮਹਾਨ ਹਸਤੀ ਨੇ ਉਹ, ਭਾਵਨਾ ਅਰੋੜਾ ਜੀ। ਉਹ ਸਾਡੇ ਨਾਲ ਨੇ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਕਿਤਾਬਾਂ ਸੀਗੀਆਂ ਉਹ ਬਹੁਤ ਚਾਨਣਯੋਗ ਨੇ, ਕਿਉਂਕਿ ਜਦੋਂ ਕੋਈ ਪੜ੍ਹਦਾ ਹੈ ਉਹਨੂੰ ਪਤਾ ਲੱਗਦਾ ਹੈ ਕਿ ਮੈਂ ਕਿਸੇ ਲੇਖਕ ਦੀ, ਚੰਗੇ ਪੜ੍ਹੇ ਲਿਖੇ ਦੀ ਕਿਤਾਬ ਪੜ੍ਹ ਰਿਹਾ ਜਿਹਨੇ ਵਾਕਈ ਕੋਈ ਫੈਕਟਸ ਜਿਹੜੇ ਉਹਦੇ ਵਿੱਚ ਰੱਖੇ ਹੋਏ ਨੇ। ਕਿਉਂਕਿ ਅਸੀਂ ਇੱਕ ਇੰਟਰਵਿਊ ਕੀਤਾ ਸੀਗਾ ਨਗਰੋਟਾ ਅੰਡਰ ਸੀਜ਼ ਦੇ ਉੱਤੇ, ਉਹਦੇ ਉੱਤੇ ਸਾਨੂੰ ਬੜਾ ਕੁਝ ਦੇਖਣ ਨੂੰ ਮਿਲਿਆ, ਸੁਣਨ ਨੂੰ ਮਿਲਿਆ ਕਿ ਆਰਮੀ ਦੇ ਜਵਾਨਾਂ ਲਈ ਕੀ ਕੁਝ ਕੀਤਾ ਹੋਇਆ। ਕਿਉਂਕਿ ਕਿਤਾਬ ਦੇ ਵਿੱਚ ਕੁਝ ਹੋਰ ਅਤੇ ਉਹਨਾਂ ਨੇ ਜਦੋਂ ਅਸਲ ਜ਼ਿੰਦਗੀ ਦੇ ਵਿੱਚ ਉੱਥੇ ਜਾ ਕੇ ਚੀਜ਼ਾਂ ਦੱਸੀਆਂ, ਉੱਥੇ ਜਾ ਕੇ ਮਹਿਸੂਸ ਕੀਤਾ, ਉਹ ਬੜਾ ਕੁਝ ਸੀਗਾ। ਕਿਉਂਕਿ ਇਹਨਾਂ ਦਾ ਵੀ ਆਰਮੀ ਦੇ ਨਾਲ ਬੈਕਗਰਾਊਂਡ ਹੈਗਾ, ਫੈਮਿਲੀ ਇਹਨਾਂ ਦੀ ਆਰਮੀ ਦੇ ਵਿੱਚ ਹੈ ਅਤੇ ਸਾਡੇ ਨਾਲ ਨੇ। ਮੈਂ ਬਹੁਤ ਬਹੁਤ ਸਵਾਗਤ ਹੈ ਆਜ਼ਾਦ TV 'ਤੇ। ਥੈਂਕ ਯੂ ਜੀ। ਥੈਂਕ ਯੂ, ਤੁਸੀਂ ਸਮਾਂ ਦਿੱਤਾ ਸਾਨੂੰ, ਕਿਉਂਕਿ ਮਹਾਨ ਰਾਈਟਰ ਹੋ ਅਤੇ ਸਮਾਂ ਬਹੁਤ ਕੀਮਤੀ ਹੈ। ਅਪ ਡਾਊਨ ਜਿਹੜਾ ਅਸੀਂ ਅੱਜ ਪਟਿਆਲੇ ਦੇ ਵਿੱਚ ਤੁਹਾਡੇ ਨਾਲ ਇੰਟਰਵਿਊ ਕਰ ਰਹੇ ਹਾਂ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ। ਥੈਂਕ ਯੂ ਜੀ, ਤੁਸੀਂ ਟਾਈਮ ਨਿਕਾਲ ਕੇ ਆਏ। ਜਿਹੜੀ ਕਹਾਣੀਆਂ ਹੈ ਉਹ ਲੋਕਾਂ ਤੋਂ ਪਹੁੰਚਣਗੀਆਂ ਤਾਂ ਆਈ ਵੈਰੀ ਹੈਪੀ ਅਬਾਊਟ ਇਟ ਜੀ। ਅੱਛਾ ਮੈਮ, ਜਦੋਂ ਕੋਈ ਰਾਈਟਰ ਕਿਤਾਬ ਲਿਖਦਾ, ਮੈਂ ਮੋਸਟਲੀ ਕਿਹਾ ਕਿ ਕੋਈ ਪੈਸੇ ਲਈ ਕੰਮ ਕਰਦੇ ਆ ਜ਼ਿਆਦਾਤਰ ਰਾਈਟਰ, ਕਿ ਪੈਸਾ ਬਹੁਤ ਮਾਇਨੇ ਰੱਖਦਾ ਅੱਜ ਦੇ ਟਾਈਮ ਦੇ ਵਿੱਚ, ਕਿ ਪੈਸਾ ਹੋਣਾ ਚਾਹੀਦਾ। ਪਰ ਤੁਹਾਡੀ ਸੋਚ ਅਜਿਹੀ ਕਿਉਂ ਹੋਈ ਕਿ ਵੀ ਪੈਸਾ ਨਹੀਂ, ਮੇਲ, ਆਰਮੀ, ਦੇਸ਼ ਅਤੇ ਦੇਸ਼ ਦਾ ਭਵਿੱਖ? ਮੈਂ ਜੀ ਇਹ ਸਭ ਰਾਈਟਰ ਲਈ ਤੇ ਨਹੀਂ ਕਹਿ ਸਕਦੀ ਕੁਝ, ਲੇਕਿਨ ਰਾਈਟਿੰਗ 'ਚ ਕੋਈ ਪੈਸਾ ਨਹੀਂ ਹੈ। ਤੁਸੀਂ ਦੇਖਿਆ ਹੋ ਗਿਆ ਜੀ, ਪੁਰਾਣੇ ਜ਼ਮਾਨੇ 'ਚ ਉਹ ਝੋਲਾ ਲੈ ਕੇ ਚੱਲਦੇ ਸੀਗੇ ਰਾਈਟਰ ਲੋਕ, ਅਤੇ ਅੱਜ ਵੀ ਉਹੀ ਹਾਲ ਹੈ। ਬਸ ਡਿਫਰੈਂਸ ਇਹ ਹੋ ਗਿਆ, ਹੁਣ ਅਮੀਰ ਲੋਕ ਵੀ ਲਿਖ ਰਹੇ ਨੇ, ਸਭ ਲੋਕ ਲਿਖ ਰਹੇ ਨੇ, ਹੈ ਨਾ, ਅਤੇ ਝੋਲਾ ਹੈਗਾ ਹੀ ਹੈਗਾ ਸਾਡੇ ਕੋਲ ਅਤੇ ਕੋਈ ਪੈਸਾ ਹੈ ਨਹੀਂ ਰਾਈਟਿੰਗ 'ਚ। दिस इज़ अ वेरी नोबल कॉज, है ना। कई चीज़ें जो होती हैं आप वो नोबल कॉज के लिए करते हो, पैसे के लिए नहीं करते हो। तो लिखा जाता है, वो एक पैशन के लिए लिखा जाता है, एक जज्बे के लिए लिखा जाता है, एक नेशनलिस्ट नैरेटिव के लिए लिखा जाता है। तो जिसके अंदर वो जज्बा है वो करते हैं, और बहुत ऐसे राइटर हैं जो ये काम कर रहे हैं। मेरे साथ और भी बहुत राइटर्स हैं जी, मेरे कंटेम्प्रेरीज़ हैं, और मेरे को बहुत खुशी होती है जब मैं देखती हूँ कि इतने लोग फ़ौज के ऊपर लिख रहे हैं, एयरफोर्स के ऊपर लिख रहे हैं, नेवी के ऊपर लिख रहे हैं। और ये जो कहानी, जो हमारे रियल हीरोज़ हैं, जो कभी आज तक हमको पता भी नहीं था उनके नाम, वो उभर के आ रहे हैं। कैप्टन विक्रम बत्रा पे मूवी बनी है, उरी पे मूवी बनी है। तो ये सब चीज़ें देख के बहुत ही खुशी महसूस होती है, क्योंकि ये लोग इतनी मेहनत करते हैं, इतनी मेहनत करते हैं, और ये सामने नहीं आती है। तो आज ये सामने आ रही है, इस चीज़ की बहुत खुशी है। एक टाइम सीगा 2013, 14, 15 ਜਾਂ ਉਸ ਤੋਂ ਪਹਿਲਾਂ, ਕਈ ਪਬਲਿਸ਼ਰ
ਇਸ ਚੀਜ਼ ਨੂੰ ਛਾਪਣਾ ਜਾਂ ਰਾਈਟਰ ਲਿਖਣਾ ਨਹੀਂ ਚਾਹੁੰਦੇ ਹੁੰਦੇ ਸੀਗੇ ਕਿ ਵੀ ਜੇ ਕੋਈ ਲਿਖੇਗਾ ਤੇ ਉਹਨੂੰ ਪਬਲਿਸ਼ ਕੌਣ ਕਰੇਗਾ, ਕਿੱਥੋਂ ਅਸੀਂ ਪਬਲਿਸ਼ ਕਰਾਂਗੇ। ਪਰ ਜਿਵੇਂ ਅਸੀਂ ਸੁਣਿਆ ਤੁਹਾਡੇ ਬਾਰੇ ਕਿ ਤੁਸੀਂ ਪਹਿਲੇ ਅਜਿਹੇ ਇੱਕ ਰਾਈਟਰ ਰਹਿ ਗਏ ਹੋ ਜਿਨ੍ਹਾਂ ਨੇ ਇੰਨਾ ਵੱਡਾ ਜੀਰਾ ਕਰਕੇ ਉਸ ਕਿਤਾਬ ਨੂੰ ਲਿਖਿਆ ਕਿ ਵੀ ਕੋਈ ਗੱਲ ਨਹੀਂ ਮੈਂ ਸ਼ੁਰੂਆਤ ਕਰਦੀ ਹਾਂ। ਇਹ ਕੀ ਕਹਾਣੀ ਸੀਗੀ ਕਿ ਤੁਸੀਂ ਲਿਖਣਾ ਸ਼ੁਰੂ ਕਿਉਂ ਕੀਤਾ? ਜੀ ਮੈਂ ਫੌਜ ਤੇ ਹਮੇਸ਼ਾ ਤੋਂ ਲਿਖਣਾ ਚਾਹੁੰਦੀ ਸੀਗੀ। ਜਦੋਂ ਕਾਰਗਿਲ ਹੋਈ ਤੇ ਮੇਰੇ ਫਾਦਰ ਕਾਰਗਿਲ 'ਚ ਸੀਗੇ, सो ही वॉज अ पार्ट ऑफ कारगिल। तो कारगिल मैंने बहुत क्लोजली देखी है। उस टाइम पे वो जम्मू एंड कश्मीर में पोस्टेड थे, हम श्रीनगर में थे, हमको नीचे भेज दिया गया था क्योंकि पूरे फुल स्केल पे जंग छिड़ गई थी। तो जब मैं बेस हॉस्पिटल गई वहाँ पे अपने छोटे से किसी ट्रीटमेंट के लिए, तो वहाँ पे मैंने जवान देखे थे। किसी का हाथ नहीं था, किसी का पैर नहीं था, कई लैंड माइन पे, कोई बंदूक से, कई तो डेड बॉडीज़ भी आई थी। तो बहुत ही वो ट्रॉमेटिक एक्सपीरियंस था। मैं स्कूल में थी उस टाइम पे, और उसी दिन मैंने सोचा था कि इनकी कहानियाँ हम क्यों नहीं बोलते हैं। इतनी इनकी ब्रेवरी की कहानियाँ हैं, करेज की कहानियाँ, और इनकी कहानियाँ कोई बोल ही नहीं रहा है। तो एज अ वेरी स्मॉल चाइल्ड उस दिन मैंने अपने आप से एक कसम उठा ली थी कि मैं कितने साल दे सी तुसी उदों? मैं होंगी 13 साल की। क्योंकि 13 साल ਦੇ ਬੱਚੇ ਨੂੰ ਹਜੇ ਨਹੀਂ ਹੁੰਦਾ ਕਿ ਵੀ ਇੰਨਾ ਸੋਚ ਲੈ ਡੂੰਗਾ। ਤੁਸੀਂ ਉਸ ਵੇਲੇ ਇੰਨਾ ਉਸ ਵੇਲੇ ਸੋਚ ਲਿਆ ਸੀ ਕਿ ਮੈਂ ਲਿਖਾਂਗੀ। ਇਹ ਮੇਰਾ ਜਨੂਨ ਤੇ ਸ਼ੁਰੂ ਤੋਂ ਹੀ ਸੀਗਾ ਕਿ ਮੈਂ ਆਰਮੀ ਦੀ ਕਹਾਣੀਆਂ ਲੈ ਕੇ ਆਉਣੀ ਹੈ। ਕਿਉਂਕਿ ਬਚਪਨ ਤੋਂ ਤੁਸੀਂ ਵੇਖ ਰਹੇ ਹੋ ਤੁਹਾਡੇ ਫਾਦਰ ਨੂੰ। ਮਾਈ ਫਾਦਰ ਹੈਜ਼ ਬੀਨ ਅ ਪਾਰਟ ਆਫ ऑपरेशन ब्लू स्टार, ही इज़ बीन अ पार्ट ऑफ IPKF, ही इज़ बीन अ पार्ट ऑफ नॉर्थ ईस्ट इंसर्जेंसी, ही इज़ बीन अ पार्ट ऑफ कारगिल वॉर। तो ये सब हमने देखा है, और ऐसे देखा है कि भाई हमारा बाप सही सलामत वापस जिंदा आ जाए, है ना। तो अभी माय ब्रदर हैज़ बीन अ पार्ट ऑफ ऑपरेशन सिंदूर। अभी ये 4th जनरेशन है हमारी फ़ौज में मेरे भाई के साथ। तो माय ग्रैंडफादर, दोनों साइड के ग्रैंडफादर, नाना और दादा, और उनसे पहले उनके भी फादर्स सब आर्मी में थे। ओके हाँ जी मैम, ਜਦੋਂ ਤੁਸੀਂ ਸਭ ਤੋਂ ਪਹਿਲਾਂ ਲਿਖਣਾ ਸ਼ੁਰੂ ਕੀਤਾ ਸੀਗਾ, ਜਦੋਂ ਤੁਹਾਡੀ ਪਹਿਲੀ ਕਿਤਾਬ ਆਈ, ਉਹ ਕਿਤਾਬ ਲਿਖਣ ਦਾ ਮਕਸਦ ਕੀ ਸੀਗਾ ਕਿ ਵੀ ਇਸ ਕਰਕੇ ਕਿਤਾਬ ਨੂੰ ਲਿਖਿਆ ਜਾਵੇ ਤੇ ਲੋਕਾਂ ਤੱਕ ਇਹ ਪਹੁੰਚਾਈ ਜਾਵੇ? ਜੀ ਜਿਹੜੀ ਪਹਿਲੀ ਕਿਤਾਬ ਮੇਰੀ ਆਈ ਸੀ ਉਹ ਸੀ ਡੈਲੀਬਰੇਟ ਸਿਨਰ, ਦ ਡੈਲੀਬਰੇਟ ਸਿਨਰ ਕਰਕੇ ਉਹਦਾ ਨਾਂ ਸੀ। ਹੁਣ ਤੁਸੀਂ ਜਿਹੜੀ ਪੈਸੇ ਦੀ ਗੱਲ ਕਰ ਰਹੇ ਹੋ, ਸੀ ਰਾਈਟਰ ਫਿਰ ਵੀ ਸੋਚ ਸਕਦਾ ਹੈ। ਮੇਰੇ ਕੋਲ ਸੈकेंडरी प्रोफेशन भी है ना। एंड अभी तो मैं आजकल की लड़कियों के लिए नहीं बोल सकती हूँ, लेकिन मैं अपने लिए बोल सकती हूँ कि इतना प्रेशर नहीं था कि मेरे को कुछ काम करना पड़े। मैं घर में बैठ के आज अपनी मम्मी के घर में बैठ के आराम से खाना खा सकती हूँ। ऐसा प्रेशर नहीं है कि मैं काम नहीं करूँगी तो मुझे रोटी नहीं मिलेगी। लेकिन आजकल की लड़कियाँ, दिस इज़ नॉट फॉर टुडेज़ गर्ल्स। टुडेज़ गर्ल्स आप देखिए, छोटे छोटे बच्चे बहुत मोटिवेटेड हैं, लड़के लड़की एकदम इक्वालिटी की बात करते हैं आज। एंड आई एम वेरी हैप्पी, बहुत अच्छी बात है ये। लेकिन मुझे ऐसा प्रेशर नहीं था कि अगर मैं काम नहीं करूँगी तो मैं खाना नहीं खा पाऊँगी। लेकिन मेरे को अपने पैशन फॉलो करने का ज़्यादा वो था, बजाय कि पैसा कमाने के लिए। पैसा तो आप बहुत तरीके से कमा सकते हो, लेकिन ये चीज़ जो थी, ये एक इनहेरेंट टैलेंट था मेरे अंदर लिखने का, जो बचपन से ही था। तो अपनी लिटरेरी टीम की मैं हमें हेड रही हूँ, स्कूल टाइम में भी, कॉलेज टाइम में भी। और मेरे एक प्रोफेसर थे, उन्होंने मुझे फ़िज़िक्स पढ़ाई थी, तो उन्होंने मुझे बोला सब छोड़ दो, तुम लिखो, तुम देखना बहुत अच्छा लिखोगी। तो वहाँ से फिर एक थोड़ी सी इंस्पिरेशन और मोटिवेशन आगे आई, और फिर बहुत अच्छा जॉब कर रही थी। मैं एक MBA कॉलेज की डायरेक्टर रह चुकी हूँ। 4 साल मैंने वो कॉलेज चलाया। बाय द एंड ऑफ 4 years आई थिंक हमारा टर्नओवर 24 करोड़ था। ओके हाँ जी। एंड फिर ਇੰਨਾ ਪੈਸਾ, ਇੰਨੀਆਂ ਉਹ ਚੀਜ਼ਾਂ ਛੱਡ ਕੇ ਤੁਹਾਨੂੰ ਕਿਉਂ ਲੱਗਿਆ ਕਿ ਵੀ ਮੈਂ ਲਿਖਾਂ? ਕਿਉਂਕਿ ਇਹਦੇ ਵਿੱਚ ਰਿਸਰਚ ਕਰਨੀ ਪੈਂਦੀ ਹੈ, ਉਹ ਥਾਵਾਂ ਤੇ ਜਾਣਾ ਪੈਂਦਾ ਹੈ ਕਿ ਜਾਂ ਉਸ ਵਰਗਾ ਬਣਨਾ ਪੈਂਦਾ ਹੈ। देखिए, मैं आपको एक बात कहूँगी ना, जो इंसान बोलते हैं कि पैसा ज़रूरी नहीं है, पैसा ज़रूरी नहीं है, वो वही इंसान होते हैं जिनके पास नहीं होता। जब आप आप पहले पैसा कमा लो, फिर आपको लगेगा हाँ अब पैसा ज़रूरी नहीं है ना। तो वो मैंने कर लिया था अपने टाइम पे, और मैंने बहुत जल्दी काम करना शुरू कर दिया था। मैं 16 साल की उम्र से कमा रही हूँ। ओके तो बाय द टाइम आई वॉज 27, 28, मतलब आई वॉज कम्फर्टेबल। ऐसा नहीं था कि मैं रोटी नहीं खा पाऊँगी। मैं ये नहीं बात कर रही हूँ, लग्जरी की बात नहीं कर रही हूँ, पर मैं रोटी खा सकती थी। तो लेकिन अगर आप
लाइफ में अपना पैशन नहीं फॉलो करेंगे और सिर्फ पैसे के पीछे ही भागते रहेंगे तो कहीं ना कहीं आपकी लाइफ की फुलफिलमेंट रह जाती है ना। तो आप सोचिए कि आप मुझसे ये बात कर रहे हैं कि मैं फ़ौजियों के लिए लिख रही हूँ, मैं उनकी फैमिलीज़ के लिए लिख रही हूँ, मैं सबसे पहले अपने लिए लिख रही हूँ। इंसान सबसे पहले अपने लिए सेल्फिश होता है। तो ये अगर मेरा ख्वाब था तो तभी मैं दूसरों का ख्वाब पूरा कर पा रही हूँ। तो इंसान सेल्फिश होता है इस वे में ना। तो ये मेरी ज़रूरत है कि मुझे लिखना है, तो वो सबसे पहले मैंने वो ज़रूरत पूरी की है। उसके बाद उसके साथ साथ ਲੋਕਾਂ ਦੀ ਜ਼ਰੂਰਤਾਂ ਪੂਰੀ ਹੋਈਆਂ। ਪਰ ਇਹ 'ਚ ਫਰਕ ਵੀ ਹੈ ਨਾ, ਜੇ ਸੈਲਫਿਸ਼ ਹੋਏ ਹੋ ਤੁਸੀਂ, ਤੁਹਾਡੇ ਸੈਲਫਿਸ਼ ਹੋਣ ਦੇ ਨਾਲ ਉਹ ਸ਼ਹੀਦਾਂ ਬਾਰੇ ਲੋਕਾਂ ਨੂੰ ਪਤਾ ਲੱਗਿਆ ਕਿ ਵੀ ਹਾਂ ਨਗਰੋਟਾ ਵੀ ਕੋਈ ਇੱਕ ਹੋਇਆ ਸੀਗਾ, ਉਸ ਬਾਰੇ ਵੀ ਕਿਸ ਨੇ ਲਿਖਿਆ, ਜਾਂ ਕੁੜੀਆਂ ਦੀ ਆਜ਼ਾਦੀ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਕਈ ਘਟਨਾਵਾਂ। ਉਹ ਸੈਲਫਿਸ਼ ਸਹੀ ਹੈ ਬੰਦਾ ਜਿਹੜਾ ਲੋਕਾਂ ਲਈ ਲਿਖ ਰਿਹਾ ਫਿਰ ਆਪਣੇ ਲਈ ਲਿਖ ਕੇ? ਤੇ ਮੈਨੂੰ ਬਹੁਤ ਖੁਸ਼ੀ ਹੈ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਨਾ। ਹੁਣ ਉਹਨਾਂ ਦੀ ਕਹਾਣੀਆਂ ਸਾਹਮਣੇ ਆਈਆਂ ਨੇ, ਲੋਕੀ ਪੜ੍ਹ ਰਹੇ ਨੇ, ਐਪਰੀਸ਼ੀਏਟ ਕਰ ਰਹੇ ਨੇ, ਤਾਂ ਆਈ ਐਮ ਵੈਰੀ ਹੈਪੀ ਅਬਾਊਟ ਇਟ। ਜਦੋਂ ਮੈਮ ਕੋਈ ਲਿਖ ਰਹੇ ਹੁੰਦੇ ਹੋ ਕੋਈ ਵੀ ਕਹਾਣੀ ਜਾਂ ਕਿਸੇ ਸ਼ਹੀਦ ਪਰਿਵਾਰ ਕੋਲ ਜਾਂਦੇ ਹੋ, ਜਿਵੇਂ ਅਸੀਂ ਨਗਰੋਟਾ ਦੀ ਗੱਲ ਕਰ ਲੈਂਦੇ ਹਾਂ, ਜਦੋਂ ਇਸ ਨੂੰ ਲਿਖਿਆ, ਇਹਨੂੰ ਪੂਰਾ ਕੀਤਾ, ਕਿਸੇ ਸ਼ਹੀਦ ਫੈਮਿਲੀ ਕੋਲ ਜਾਂਦੇ ਸੀ, ਕੀ ਮਹਿਸੂਸ ਕਰ ਰਹੇ ਹੁੰਦੇ ਸੀਗੇ ਉਸ ਵੇਲੇ ਕਿ ਵੀ ਮੈਂ ਕੀ ਗੱਲ ਕਰਾਂਗੀ, ਕੀ ਇਹਨਾਂ ਕੋਲੋਂ ਸਵਾਲ ਪੁੱਛਾਂਗੀ, ਕੀ ਉਸ ਵੇਲੇ ਹੋਇਆ, ਘਰ 'ਚ ਕਿਵੇਂ ਰਹਿੰਦੇ ਸੀਗੇ, ਕਿਵੇਂ ਮਹਿਸੂਸ ਕਰਦੇ ਸੀ ਉਸ ਵੇਲੇ ਤੁਸੀਂ? ਜੀ ਇੱਕ ਨਾ ਇਹ ਪੰਜਾਬੀ 'ਚ ਹੀ ਰੱਖੇ ਹੋਏ ਕਿਉਂਕਿ ਸਾਰਿਆਂ ਨੂੰ ਪਤਾ ਲੱਗ, ਹਿੰਦੀ 'ਚ ਇੰਗਲਿਸ਼ 'ਚ ਸਾਰੇ ਸੁਣਦੇ ਆ ਤੁਹਾਡੀਆਂ, ਇਹ ਅਸੀਂ ਪੰਜਾਬੀ 'ਚ ਆਡੀਅנס ਨੂੰ ਦੱਸਣਾ ਚਾਹੁੰਦੇ ਹਾਂ ਕਿਉਂਕਿ ਕਈ ਪੰਜਾਬੀ ਜ਼ਿਆਦਾ ਲਾਈਕ ਕਰਦੇ ਆ। ਤੇ ਮੈਂ ਦੋ ਗੱਲਾਂ ਕਹਿਣਾ ਚਾਹੁੰਦੀ ਹਾਂ ਜੀ। ਇੱਕ ਤੇ ਇਹ ਹੈਗੀ ਹੈ ਕਿ ਜਿਹੜਾ ਮੇਰਾ ਫਸਟ ਐਕਸਪੀਰੀਅੰਸ ਸੀਗਾ ਜਦ ਮੈਂ ਉਮਰ ਫਿਆਜ਼ ਦੀ ਫੈਮਿਲੀ ਤੋਂ ਮਿਲੀ। ਓਕੇ। ਤੇ ਮੇਰੀ ਫਸਟ ਨਾਨ ਫਿਕਸ਼ਨ ਆਰਮੀ ਬੁੱਕ ਸੀਗੀ ਉਮਰ ਫਿਆਜ਼, ਲੈਫਟਨ ਉਮਰ ਫਿਆਜ਼। ਉਹਨਾਂ ਨੂੰ ਟੈਰਰਿਸਟ ਨੇ ਕਿਡਨੈਪ ਕੀਤਾ ਸੀ ਸ਼ਾਦੀ ਵਾਲੇ ਘਰੋਂ, ਕਿਡਨੈਪ ਕਰਕੇ ਟੌਰਚਰ ਕੀਤਾ ਇਨਫੋਰਮੇਸ਼ਨ ਲਈ ਜੋ ਉਹਨਾਂ ਨੇ ਦਿੱਤੀ ਨਹੀਂ, ਤੇ ਉਹਨਾਂ ਨੂੰ ਮਾਰ ਕੇ ਇੱਕ ਚੌਰਾਹੇ ਤੇ ਛੱਡ ਦਿੱਤਾ ਸੀ। ਤੇ ਉਹਨਾਂ ਦੇ ਘਰ ਮੈਨੂੰ ਜਾਣਾ ਸੀਗਾ। ਓਕੇ। ਤੇ ਜਦ ਮੈਂ ਪਹਿਲੀ ਵਾਰ ਉਹਨਾਂ ਦੇ ਘਰ ਇੰਟਰਵਿਊ, ਹੁਣ ਤੁਸੀਂ ਇੰਟਰਵਿਊ ਨਹੀਂ ਕਰਨ ਜਾਂਦੇ ਉਹਨਾਂ ਦੇ ਘਰ, ਤੁਸੀਂ ਹੱਥ ਜੋੜ ਕੇ ਬਸ ਇਹੀ ਕਹਿੰਦੇ ਹੋ ਤੁਹਾਡੇ ਬੇਟੇ ਨੇ ਬੜਾ ਬਰੇਵਰੀ ਦਾ ਕੰਮ ਕੀਤਾ ਤੇ ਸਾਡੇ ਦੇਸ਼ ਨੂੰ ਸੇਫ ਰੱਖਿਆ, ਇਨਫੋਰਮੇਸ਼ਨ ਨਹੀਂ ਦਿੱਤੀ। ਤੇ ਜਦ ਮੈਂ ਉਹਨਾਂ ਦੇ ਘਰ ਗਈ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੇਰੀ ਫੀਲਿੰग्स ਕੀ ਸੀਗੀ, क्योंकि उनकी जो पेन है ना, एक बहुत सारे लेवल्स पे हम रिलेट करते हैं। एक यही नहीं उन्होंने अपना बेटा खोया है, वो तो है ही है, उस बेटे ने की किता वो ज़्यादा इंपॉर्टेंट है। देश ਲਈ ਕੀ ਕੀਤਾ, ਇੱਕ ਤੇ ਹੈ ਬੇਟਾ ਖੋਇਆ, ਇੱਕ ਹੈ ਉਹ ਫੌਜ ਸੇ ਸੀਗਾ, ਇੱਕ ਹੈ ਕਿ ਉਹਨੇ ਫੌਜੀ ਲਈ ਕੀ ਕੀਤਾ, ਤੇ ਇੱਕ ਹੈ ਉਹਨੇ ਦੇਸ਼ ਦੇ ਲਈ ਕੀ ਕੀਤਾ। ਤੇ ਦੇਖੀਏ ਤੁਸੀਂ ਕਿੰਨੇ ਲੈਵਲਸ ਤੇ ਉਹ ਸੈਡਨੈਸ ਤੁਹਾਡੇ ਅੰਦਰ ਹੁੰਦੀ ਨਾ, ਉਹ ਦੁੱਖ ਹੁਣ ਤੁਹਾਡੇ ਅੰਦਰ ਹੁੰਦਾ ਹੈ। ਤੇ ਮੈਂ ਉਹਨਾਂ ਦੇ ਘਰ ਗਈ ਤੇ ਮੈਂ ਤਾਂ ਕੁਝ ਬੋਲ ਹੀ ਨਹੀਂ ਪਾਈ, ਮੈਂ ਰੋਈ, ਬਹੁਤ ਰੋਈ, ਇੰਨਾ ਰੋਈ ਉਹੀ ਮੈਨੂੰ ਚੁੱਪ ਕਰਾ ਰਹੇ ਸੀਗੇ। ਤੇ ਉਹਨਾਂ ਦੀ ਭੈਣ ਮੇਰੇ ਕੋਲ ਬੈਠੀ ਤੇ ਕਹਿੰਦੀ ਹੈ ਕਿ आप उमर को जानते थे? तो मैं क्या नहीं, मैं उमर ਨੂੰ ਨਹੀਂ ਜਾਣਦੀ ਸੀਗੀ। ਅੱਛਾ। ਤੇ ਕਹਿੰਦੀ ਹੈ ਕਿ ਤੁਹਾਡੇ ਘਰੇ ਕੌਣ ਕੌਣ ਹੈਗਾ ਹੈ, आपके घर में कौन कौन है? ਮੰਮਾ ਹੈ, ਪਾਪਾ ਹੈ, ਭਾਈ ਹੈ। ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਹਾਡਾ ਭਾਈ ਕੀ ਕਰਦਾ ਹੈ? ਮੈਂ ਤੁਹਾਨੂੰ, ਮੇਰੀ ਤੇ ਛਾਤੀ ਫਟ ਗਈ ਉਸ ਟਾਈਮ। ਮੇਰਾ ਭਰਾ ਉਹਦੀ ਬਾਂਦੀਪੁਰ 'ਚ ਪੋਸਟਡ ਸੀਗਾ RR ਯੂਨਿਟ ਤੇ ਮੈਂ ਸੋਚਿਆ ਕਿ ਕਦੀ ਮੈਨੂੰ ਇਸ ਕੁੜੀ ਦੇ ਸ਼ੂਜ਼ 'ਤੇ ਸਟੈਪ ਕਰਨਾ ਪਿਆ ਤੇ ਮੇਰੀ ਕੀ ਹਾਲਤ ਹੋਏਗੀ। ਤੇ ਕਹਾਣੀ ਇੱਥੋਂ ਨਿਕਲਦੀ ਹੈ, ਇਮੋਸ਼ਨਸ ਇੱਥੋਂ ਨਿਕਲਦੇ ਹੈ। ਦੇਖੀ ਜਿਵੇਂ ਜੈਸੇ ਇਹ ਬੜੀ ਵੱਡੀ ਚੀਜ਼ ਕਹੀ ਹੈ ਕਿਸੇ ਨੇ, ਜੇ ਕੌਨਸਟੀਟਿਊਸ਼ਨ 'ਚ ਹੁੰਦਾ ਹੈ ਇੱਕ ਲੈਟਰ ਤੇ ਇੱਕ ਸਪਿਰਿਟ। ਲੈਟਰ ਹੁੰਦਾ ਲਾਅ, ਤੁਸੀਂ ਲਾਅ ਬਣਾਉਂਦੇ ਹੋ, ਉਹਦੇ ਪਿੱਛੇ ਸਪਿਰਿਟ ਕੀ ਹੈ? ਦ ਸਪਿਰਿਟ ਇਜ਼ ਹਿਊਮੈਨਿਟੀ, ਦ ਸਪਿਰਿਟ ਇਜ਼ ਇਮੋਸ਼ਨ, ਦ ਸਪਿਰਿਟ ਇਜ਼ ਲਵ। ਤੇ ਸਾਡੇ ਆਥਰ ਪ੍ਰੋਫੈਸ਼ਨ 'ਚ ਵੀ ਇਹੀ ਹੁੰਦਾ ਹੈ। ਇੱਕ ਤੁਹਾਡਾ ਹੁੰਦਾ ਹੈ ਕਿ ਤੁਸੀਂ ਲਿਖ ਰਹੇ ਹੋ ਇਨਫੋਰਮੇਸ਼ਨ, ਦਿਸ ਇਜ਼ ਇਨਫੋਰਮੇਸ਼ਨ। ਮੈਂ ਕੀ ਕਰਨ ਗਈ ਸੀ? ਇਨਫੋਰਮੇਸ਼ਨ ਲੈਣ ਗਈ ਸੀ, ਬਟ ਉਹਦੇ ਪਿੱਛੇ ਦੀ ਭਾਵਨਾ ਕੀ ਹੈ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਕਈ ਵਾਰ ਇਹ ਵੀ ਹੁੰਦਾ ਹੈ ਜਦੋਂ ਅਸੀਂ ਕਈ ਚੀਜ਼ਾਂ ਪੜ੍ਹਦੇ ਜਾਂ ਸੁਣਦੇ ਹੁੰਦੇ ਹਾਂ, ਸਾਨੂੰ ਮੈਂਟਲੀ ਇੰਨਾ ਪ੍ਰੀਪੇਅਰਡ ਕੀਤਾ ਜਾਂਦਾ ਕਿ ਵੀ
ਜਰਨਲਿਸਟ, ਡਾਕਟਰ, ਲੇਖਕ ਦੀ ਕੋਈ ਭਾਵਨਾਵਾਂ ਨਹੀਂ ਹੁੰਦੀਆਂ। ਜੇ ਉਹ ਕਿਸੇ ਕ੍ਰਾਈਮ ਨੂੰ ਸ਼ੂਟ ਕਰ ਰਿਹਾ, ਕ੍ਰਾਈਮ ਨੂੰ ਲਿਖ ਰਿਹਾ, ਤੇ ਉਹਨੂੰ ਮੈਂਟਲੀ ਪ੍ਰੀਪੇਅਰਡ ਹੋਣਾ ਪੈਣਾ, ਉਹਨੂੰ ਉਸ ਚੀਜ਼ ਦੇ ਵਿੱਚ ਮਤਲਬ ਇਮੋਸ਼ਨ ਨਹੀਂ ਦੇਣਾ ਪੈਣਾ। ਤੁਹਾਨੂੰ ਇੰਨਾ ਇਮੋਸ਼ਨ ਕਿਉਂ ਇਕੱਠਾ ਕਰਨਾ ਪਿਆ? ਤੁਸੀਂ ਕਦੀ ਵੀ ਪ੍ਰੀਪੇਅਰਡ ਨਹੀਂ ਹੁੰਦੇ ਜੀ, ਨਹੀਂ ਹੋ ਪਾਉਂਗੇ। ਨਹੀਂ ਹੋ ਪਾਓਗੇ। ਕਿਵੇਂ ਹੋ ਪਾਓਗੇ ਤੁਸੀਂ ਦੱਸੋ? ਹੂੰ ਮੈਂ ਜਦ ਫਰਸਟ ਟਾਈਮ ਉਮਰ ਫੈਜ਼ ਦੀ ਪੋਸਟਮਾਰਟਮ ਰਿਪੋਰਟ ਵੇਖੀ ਤੇ ਫੋਟੋਆਂ ਵੇਖੀਆਂ, ਮੈਂ ਉਲਟੀਆਂ ਕੀਤੀਆਂ, ਬਿਮਾਰ ਹੋ ਗਈ ਮੈਂ, ਮੇਰੀ ਸ਼ੂਗਰ ਗਿਰ ਗਈ। ਹੁਣ ਵੀ ਮੈਂ ਤੁਹਾਨੂੰ ਫੋਟੋ ਵਿਖਾਵਾਂਗੀ, ਮੇਰੇ ਡ੍ਰਿਪਸ ਚੜ ਰਹੀਆਂ ਨੇ। ਉਹ ਡਾਕਟਰ ਮੇਰਾ ਮਜ਼ਾਕ ਉਡਾ ਰਿਹਾ ਸੀਗਾ ਕਿ ਕਿਵੇਂ ਹੋ ਸਕਦੇ ਹੋ ਤੁਸੀਂ, ਇੱਕ 23 ਸਾਲ ਦੇ ਮੁੰਡੇ ਨੂੰ ਤੁਸੀਂ ਫੜ ਕੇ ਮਾਰ ਦਿੱਤਾ। ਤੇ ਮੈਨੂੰ ਨਹੀਂ ਪਤਾ, ਮੈਂ ਦੂਜਿਆਂ ਲਈ ਨਹੀਂ ਕਹਿ ਸਕਦੀ, ਬਟ ਮੈਂ आई डोंट थिंक आई कैन एवर, मैं तो हमेशा यही सोचूंगी या यहाँ पे मेरा बाप हो सकता था, मेरा भाई हो सकता था, कोई भी हो सकता था। और ये देश की बात है, तो मेरे को नहीं लगता मैं कभी भी डिसेंसिटाइज हो पाऊंगी इस चीज़ से। और ये जो इमोशन होते हैं ना, अगर मैं फील नहीं कर सकती, अगर मैंने किताब में लिखा है तो आप भी, फिर वो इन्फॉर्मेशन हो गई, वो कहानी नहीं हुई। मैं आपको बोल रही हूँ, मतलब जो आप जर्नलिस्ट है, रिपोर्टर है, जो आप बात कर रहे हो, वो तो उसने आपको इन्फॉर्मेशन दे दी कि भाई 3। अब नगरोटा की बात करें, नगरोटा में जब सब बात कर रहे हैं वो बोल रहे हैं 7:3 का रेशियो है। अब आप सोचिए कितना मैकेनिकल चीज़ है, 7:3, 7 हमारे लोग मर गए, 3 उनके लोग मर गए। अब ये रेशियो, अब ये ऑपरेशन नहीं, वो 7 लोग कौन थे, वो 3 लोग कौन थे, वो क्यों थे, वो 7 लोग क्यों थे, वहाँ पे क्यों थे, कैसे वो कहानी बनी, कैसे वो इमोशन थे। आपको पता है उन 7 लोगों ने वॉलंटियर किया कि हम जाएंगे लड़ने के लिए, सर हमको जाने दो, सर उसको जगह नहीं पता, हम जाके देखते हैं। तो ये सब स्टोरी है, ये सब इमोशन है। मेरे को लगता है कि आप रिलेट कर पाओगे उन कहानियों से, क्योंकि मैं रिलेट कर पाई हूँ, और मैं रिलेट कर पाई हूँ तो मैं लिख पाई हूँ उनको। ਜਦੋਂ ਕੋਈ ਸਟੋਰੀ ਲਿਖ ਰਹੇ ਹੁੰਦੇ ਹੋ ਜਾਂ ਕਿਸੇ ਉੱਤੇ ਕੰਮ ਕਰ ਰਹੇ ਹੁੰਦੇ ਹੋ, ਉਹ ਸਟੋਰੀ ਦੇ ਵਿੱਚ ਉਵੇਂ ਘੁਲ ਮਿਲਣਾ ਪੈਂਦਾ, ਜਾਂ ਫਿਰ ਉਹਦੇ ਵਿੱਚ ਜਦੋਂ ਤੁਸੀਂ ਘੁਲ ਮਿਲ ਜਾਂਦੇ ਹੋ ਉਹ 'ਚੋਂ ਨਿਕਲਣਾ ਸੌਖਾ ਹੈ ਜਾਂ ਫਿਰ ਔਖਾ ਹੈ? जी मैं हुन भी थेरेपी 'ਚ ਹੈਗੀ ਹਾਂ, ਮੇਰੇ 2 ਥੈਰੇਪਿਸਟ हैं। ਓਕੇ। ਨਿਕਲਣਾ ਤੇ ਸੌਖਾ ਨਹੀਂ ਹੈ, ਲੇਕਿਨ ਤੁਹਾਨੂੰ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ, ਹੈ ਨਾ। ਤੇ ਤੁਸੀਂ ਇਮੋਸ਼ਨ ਸਾਈਡ ਤੇ ਰੱਖੇ ਸਿਰਫ ਇਨਫੋਰਮੇਸ਼ਨ ਦਿਓ, ਮੈਨੂੰ ਨਹੀਂ ਲੱਗਦਾ ਮੈਂ ਕਦੀ ਵੀ ਉਹ ਕਹਾਣੀ दे पाऊंगी। तो और ऐसा भी होता है कि चलते चलते आपके इतने अच्छे रिश्ते बन जाते हैं। अभी जो मेजर अक्षय गिरीश थे, उनकी मदर है मेघना गिरीश, वो भी राइटर हैं, उन्होंने भी काफ़ी कुछ लिखा है। उन्होंने लिखना ही अपना मकसद बना लिया। तो जो भी शहीद होता है उनके पेरेंट्स के पास वो जाती हैं, उनकी कहानियाँ लिखती हैं, उनका एक ब्लॉग है। तो जब मैंने उनके साथ बात करनी शुरू की, अब वो मेरा एक तरीके से परिवार बन गया है। उनकी मम्मी के पास वो, अगर उनको 1 हफ्ते तक मैं फ़ोन ना करूं तो मुझे फ़ोन करके पूछती हैं, बेटे सब ठीक है। तो कुंभ मेला हुआ था तो मेरे को जाना था, मेरी उम्र का कोई भी कुंभ मेले में नहीं जा रहा था। तो वो लोग जा रहे थे, मैं कहा आंटी मुझे भी ले जाओ, तो मैं कुंभ मेला उनके साथ गई। तो रिश्ते बन जाते हैं ऐसे उनके, आप परिवार का पार्ट बन जाते हो। और एंड आई थिंक यही सबसे ब्यूटीफुल चीज़ है। अब उसको तो आप पैसे से आप तोल ही नहीं सकते ना, इन रिश्तों को। ਅੱਛਾ ਮੈਮ, ਜਿਹੜੀ ਨਗਰੋਟਾ ਦੇ ਉੱਤੇ ਤੁਸੀਂ ਕਿਤਾਬ ਲਿਖੀ ਸੀਗੀ, ਉਹਦੇ 'ਚ ਸਾਨੂੰ ਇਹ ਵੀ ਸੁਣਨ ਨੂੰ ਮਿਲਿਆ ਕਿ ਉਹਦੇ ਵਿੱਚੋਂ ਜਿੰਨਾ 60 ਤੋਂ 50% ਕਮਾਈ ਹੋਈ ਸੀਗੀ ਜਾਂ ਤੁਹਾਡੀ, ਤੁਸੀਂ 50-60% ਦਾਨ ਕਰ ਦਿੱਤੀ ਆਪਦੀ। ਹਾਂਜੀ। ਇਹ ਕਿਉਂ? ਕਿਉਂਕਿ ਲੋਕੀ ਤਾਂ ਮੋਸਟਲੀ ਸੇਵ ਕਰਨਾ ਹੁੰਦਾ ਕਿ ਪੈਸਾ ਇੰਨਾ ਗਏ ਆ, ਇੰਨਾ ਲੱਗਿਆ, ਬਾਈ ਏਅਰ ਗਏ ਆ, ਉੱਥੇ ਰਹੇ ਆ ਹੋਟਲਾਂ ਦੇ, ਮੋਸਟਲੀ ਤਾਂ ਲੋਕ ਕਈ ਸੇਵ ਕਰਦੇ ਇਸ ਚੀਜ਼ ਨੂੰ। देखिए मेन मोटिव तो यह होंदा है कहानी लिखण दा कि यह लोकां कोल पहुँचे, है ना, ते असी लोकां नूं पढ़ाईए यह कहानी से। हुण की हो गया जी, अटेंशन स्पैन लोकां दा बड़ा कम है। किताबां तुसीं वेखो, हुण डेटा कहंदा है लोग किताबां पढ़दे नहीं है, फिर भी असी चाहते हैं ना यह कहानी जगह जगह पहुँचे, तो जगह जगह पहुँचती है, फिर लोग पढ़ते ने, वेखते ने, तो मोशन पिक्चर बन जाए तो होर भी वधिया। तो एक तो यह साडा मेरा मोटिव रहता ही रहता है ना, बिकॉज एक ही मोटिव नहीं होता है कि आपने दान कर दिया, बहुत सारे मोटिव्स होते हैं उसके साथ। तो बाकी एक है कि एक शहीद के ऊपर लिख के आप क्या ही पैसा कमा के क्या ही करोगे उसका, है ना। तो अगर आप वो वापस सोसाइटी में जाए और उनके ऊपर और चीज़ें बने,
उनसे और लोग इंस्पायर हुए। अब जैसे मेघना गिरीश है, वो अपने एक बेटे के नाम पे ट्रस्ट चलाती हैं। वो उनके बेटे नगरोटा में शहीद हो गए थे, तो उनके बेटे के नाम पे वो ट्रस्ट चलाती हैं और वो काफ़ी अच्छा काम करती हैं। और अब ऐसा है ना, अभी एनजीओ में भी आप किसको ट्रस्ट करो किसको नहीं करो, थोड़ा आपको सोचना पड़ता है। तो ये तो हमारे देखे भाले हैं, तो उनको तो देने में कुछ था नहीं, तो हमको उनका काम देखा हुआ है हमने, वो क्या करते हैं। ਤੇ ਮੈਂ ਉਹਨਾਂ ਨੂੰ ਦਿੱਤਾ ਉਹਨਾਂ ਦੇ ਟਰਸਟ ਨੂੰ। ਅਤੇ ਉਹ ਸ਼ੀਤਲ ਦੇਵੀ ਉਹਨਾਂ ਦਾ ਪੈਰਾਮੈਡਿਕ ਓਲੰਪਿਕਸ 'ਚ ਗਏ ਨੇ, ਉਹ ਉਹਨਾਂ ਦਾ ਹੱਥ ਉਹਨਾਂ ਨੇ ਕਰਵਾਇਆ ਸੀ ਉਹਨਾਂ ਦੇ ਟਰਸਟ ਨੇ। ਅਤੇ ਇੱਕ ਜਵਾਨ ਸੀਗੇ IPKF 'ਚ ਪੈਰਾ ਦੇ, ਉਹਨਾਂ ਦਾ ਘਰ ਨਹੀਂ ਬਣਿਆ ਸੀ, ਅਤੇ ਹੁਣ ਉਹਨਾਂ ਦਾ ਘਰ ਉਹਨਾਂ ਨੇ ਬਣਵਾਇਆ ਹੈ। ਅਤੇ ਉਹ ਤਾਂ ਮੇਰੇ ਅੱਖੋਂ ਦੇਖੀ ਚੀਜ਼ਾਂ ਨੇ। ਤਾਂ ਉੱਥੇ ਪੈਸਾ ਚਲਾ ਵੀ ਜਾਏ ਤੇ ਤੁਹਾਨੂੰ ਖੁਸ਼ੀ ਹੁੰਦੀ ਹੈ। ਹਾਂਜੀ। ਅੱਛਾ ਮੈਮ, ਜਦੋਂ ਤੁਸੀਂ ਨਗਰੋਟਾ ਦੇ ਉੱਤੇ ਕਿਤਾਬ ਲਿਖ ਰਹੇ ਸੀਗੇ, ਕਹਿੰਦੇ ਜਦੋਂ ਉੱਥੇ ਜਾ ਕੇ ਤੁਸੀਂ ਦੀਵੇ ਜਗਾਏ, ਮੋਸਟਲੀ ਉੱਥੇ ਹਵਾ ਬਹੁਤ ਚੱਲਦੀ ਹੈ, ਕਹਿੰਦੇ ਉਹ ਉੱਥੇ ਕੋਈ ਚੀਜ਼ ਜਗਦੀ ਨਹੀਂ ਰਹਿੰਦੀ ਤੇ ਬੁੱਝ ਜਾਂਦੇ ਆ, ਪਰ ਜਦੋਂ ਦੀਵੇ ਜਗਾਏ ਤੇ ਮਤਲਬ ਤੁਹਾਡੇ ਜਿਹੜੇ ਜਗਾਏ ਹੋਏ ਦੀਵੇ ਉਹ ਜਗਦੇ ਰਹੇ, ਬੁਝੇ ਨਹੀਂ। ਹਾਂਜੀ ਜੀ, ਮੈਂ ਨਗਰੋਟਾ ਜਦ ਮੈਂ 3 ਵਾਰ ਗਈ ਹਾਂ ਇੰਸੀਡੈਂਟ ਸਾਈਟ ਵੇਖਣੀ ਸੀਗੀ, ਕਿਉਂਕਿ ਤੁਹਾਨੂੰ ਡਿਸਕ੍ਰਿਪਸ਼ਨ ਦੇਣੀ ਪੈਂਦੀ ਹੈ ਕਿ ਅਟੈਕ ਕਿੱਥੇ ਹੋਇਆ ਸੀ, ਟੈਰਰਿਸਟ ਕਿੱਥੋਂ ਆਏ ਸੀ, ਸਾਡੀ ਪੈਰਾ ਰੈਜੀਮੈਂਟ ਕਿੱਥੇ ਸੀਗੀ, ਕਿੱਥੇ ਸਾਡੇ ਲੋਕ ਸ਼ਹੀਦ ਹੋਏ, ਕਿਹਨਾਂ ਨੂੰ ਰਿਸਕਿਊ ਕੀਤਾ, ਅਤੇ ਉਹ ਸਾਰੀ ਗੱਲਾਂ ਤੁਹਾਨੂੰ ਉੱਥੇ ਜਾਣਾ ਪੈਂਦਾ ਹੈ। ਅਤੇ ਮੈਂ ਜਦ ਉੱਥੇ ਗਈ ਅਤੇ ਮੈਨੂੰ ਇਹ ਕਿਹਾ ਕਿ ਮੈਂ ਕਿਹਾ ਆਂਟੀ ਮੈਂ ਉੱਥੇ ਆਈ ਹਾਂ ਤਾਂ ਤੁਸੀਂ ਦੱਸ ਦਿਓਗੇ ਕਿ ਕੁਛ ਕਰਨਾ ਹੈ। ਅਤੇ ਆਂਟੀ ਨੇ ਮੈਨੂੰ ਕਿਹਾ ਕਿ ਬੇਟੇ ਉੱਥੇ 7 ਦੀਏ ਜਲਾ ਦੇਣਾ। ਓਕੇ, ਕਿਉਂਕਿ 7 ਜਵਾਨ ਸ਼ਹੀਦ ਸੀਗੇ। ਅਤੇ ਇੱਕ ਹੋਰ ਲੇਡੀ ਸੀਗੀ ਜਿਨ੍ਹਾਂ ਦੇ ਹਸਬੈਂਡ ਸ਼ਹੀਦ ਹੋਏ ਸੀਗੇ, ਮੇਜਰ ਕੁਨਾਲ ਗੋਸਵੀ, ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਮ ਰੱਖ ਦੇਣਾ ਉੱਥੇ, ਮੇਰੇ ਹਸਬੈਂਡ ਨੂੰ ਆਮ ਬਹੁਤ ਪਸੰਦ ਸੀਗੇ, ਤਾਂ ਉੱਥੇ ਆਮ ਰੱਖ ਦੇਣਾ। ਅਤੇ ਮੈਂ ਆਮ ਲੈ ਕੇ ਗਈ ਅਤੇ ਉੱਥੇ ਰੱਖੇ। ਅਤੇ ਹਵਾ ਬਹੁਤ ਚੱਲ ਰਹੀ ਸੀ, ਮੈਂ ਦੀਏ ਵੀ ਲੈ ਗਈ ਉੱਥੇ, ਅਤੇ ਹਵਾ ਬੜਾ ਚੱਲ ਰਹੀ ਸੀ। ਮੈਂ ਆਂਟੀ ਨੂੰ ਕਿਹਾ, ਮੈਂ ਕਿਹਾ ਆਂਟੀ ਹਵਾ ਬਹੁਤ ਚੱਲ ਰਹੀ ਹੈ, ਦੀਏ ਬੁਝ ਜਾएंगे। आंटी ने कहा तू जला, नहीं बुझेंगे। नहीं बुझे, बुझे नहीं, एक भी दिया नहीं बुझा सारे चल। और मैंने 3 बार जलाए हैं, तीनों बार एक भी दिया नहीं बुझा। नहीं तो आम तौर पे हो जाता कि हवा चल रही है तो घर ਦੇ ਵਿੱਚ ਵੀ ਜੇ ਰੂਮ 'ਚ ਬੈਠੇ ਆ ਉਹ ਵੀ ਕਈ ਵਾਰ ਪੱਖੇ ਦੀ ਹਵਾ, ਨਾਰਮਲ ਹਵਾ ਤੇ ਤੁਸੀਂ ਉੱਥੇ ਜਾਓਗੇ ਪੂਰਾ ਹੀ ਏਰੀਆ ਹੀ ਖੁੱਲਿਆ ਹੋਇਆ ਹੈ, ਪੂਰਾ ਚਾਰੋਂ ਜਗ੍ਹਾ ਹਵਾ ਆਉਂਦੀ ਹੈ, ਲੇਕਿਨ ਉੱਥੇ ਦੀਏ ਨਹੀਂ ਪੁੱਜਦੇ। ਕੀ ਮਹਿਸੂਸ ਕਰ ਰਹੇ ਸੀਗੇ ਉੱਥੇ ਉਸ ਥਾਂ ਦੇ ਉੱਤੇ ਜਦੋਂ ਕੋਈ ਵੀ ਇਨਸੀਡੈਂਟ ਹੁੰਦਾ, ਜਦੋਂ ਤੁਸੀਂ ਜਾਂਦੇ ਹੋ ਉੱਥੇ ਜਾ ਕੇ ਕੀ ਮਹਿਸੂਸ ਕਰਦੇ ਹੋ? ਇੱਕ ਤਸਵੀਰ ਬਣਦੀ ਹੋਏਗੀ ਮਨ ਦੇ ਵਿੱਚ ਕਿ ਵੀ ਇਸ ਪਾਸੇ ਤੋਂ ਆ ਰਹੇ ਨੇ, ਇਸ ਪਾਸੇ ਤੋਂ ਗੋਲੀਆਂ ਚਲਾ ਰਹੇ ਨੇ, ਕਿਉਂਕਿ ਅਸੀਂ ਫਿਲਮਾਂ 'ਚ ਕਈ ਵਾਰੀ ਅਜਿਹਾ ਦੇਖਦੇ ਹਾਂ ਕਿ ਇਮੈਜੀਨੇਸ਼ਨ ਹੋ ਜਾਂਦਾ ਹੈ, ਇਮੇਜ ਬਣ ਜਾਂਦੀ ਹੈ, ਕ੍ਰੀਏਟ ਹੋ ਜਾਂਦੀ ਹੈ ਕਿ ਵੀ ਇਹ ਟੈਰਰਿਸਟ ਆਇਆ, ਇੱਧਰ ਆਰਮੀ ਵਾਲਾ ਜਿਹੜਾ ਉਹਨਾਂ ਨੂੰ ਸੇਵ ਕਰ ਰਿਹਾ। ਕੀ ਉੱਥੇ ਮਹਿਸੂਸ ਹੁੰਦਾ ਤੁਹਾਨੂੰ? देखिए अगेन ਇਹ 2 ਚੀਜ਼ਾਂ ਨੇ, ਇਨਫੋਰਮੇਸ਼ਨ ਤੇ ਸਟੋਰੀ ਹੈ ਨਾ। ਜੇ ਤੁਹਾਨੂੰ ਪਹਿਲਾਂ ਪਤਾ ਹੈ, ਜਦ ਤੁਸੀਂ ਇਨਫੋਰਮੇਸ਼ਨ ਲੈ ਰਹੇ ਹੁੰਦੇ ਹੋ ਤੇ ਤੁਸੀਂ ਸਿਰਫ ਇਨਫੋਰਮੇਸ਼ਨ ਲੈ ਰਹੇ ਹੁੰਦੇ ਹੋ, ਜਿਵੇਂ ਜੋ ਤੁਸੀਂ ਕਹਿ ਰਹੇ ਹੋ ਇੱਕ ਪਿਕਚਰ ਰਨ ਕਰ ਰਹੀ ਹੁੰਦੀ ਹੈ ਤੁਹਾਡੇ ਦਿਮਾਗ 'ਚ ਕਿ ਵੇ ਹੋਇਆ ਸੀਗਾ। ਜਦ ਤੁਸੀਂ ਉੱਥੇ ਜਾਂਦੇ ਹੋ ਤੇ ਦੀਵੇ ਜਲਾਉਂਦੇ ਹੋ, ਬਸ ਤੁਸੀਂ ਹੱਥ ਜੋੜ ਕੇ ਬੋਲਦੇ ਹੋ ਥੈਂਕ ਯੂ, ਅਸੀਂ ਸੇਫ ਹੈ ਤੁਹਾਡੇ ਕਰਕੇ। ਇੱਕ ਪ੍ਰੈਗਨੈਂਟ ਲੇਡੀ ਆਫਿਸਰਸ ਫਸੇ ਹੋਏ ਸੀਗੇ ਉੱਥੇ ਜੀ। ਓਕੇ। ਅੱਜ ਉਹ ਕੁੜੀ ਹੈਗੀ ਹੈ ਮੇਰੇ ਖਿਆਲ 10 ਸਾਲ ਦੀ ਹੈ ਨਾ, 2016, 8-9 ਸਾਲ ਦੀ ਹੋਣੀ ਹੈ ਉਹ ਕੁੜੀ। ਅਤੇ ਉਹ ਵੀ ਹੱਥ ਜੋੜ ਕੇ ਕਹਿੰਦੇ ਨੇ ਕਿ ਥੈਂਕ ਯੂ, ਉਹ ਸ਼ਹੀਦ ਹੋ ਗਏ ਅਤੇ ਉਹ ਲੇਡੀ ਅਤੇ ਉਹਦਾ ਬੱਚਾ ਬਚ ਗਿਆ। ਤੁਸੀਂ ਥੈਂਕ ਯੂ ਹੀ ਕਰ ਸਕਦੇ ਹੋ। ਬਿਲਕੁਲ। ਇਹ ਵੱਖਰਾ ਹੈ ਆਰਮੀ ਦੇ ਉੱਤੇ ਲਿਖਣਾ ਜਾਂ ਲੇਖਕ ਲਈ ਸੇਮ ਚੀਜ਼ ਹੈ ਆਰਮੀ ਦੇ ਉੱਤੇ ਲਿਖਣਾ? ਕਿਉਂਕਿ ਤੁਸੀਂ ਹੋਰ ਵੀ ਬਹੁਤ ਕੁਛ ਲਿਖਿਆ ਹੋਇਆ ਮੋਸਟਲੀ ਆਰਮੀ ਤੇ ਇਹਦੇ 'ਚ ਕਿੰਨਾ ਡਿਫਰੈਂਟ ਹੈਗਾ ਜੇ ਆਰਮੀ ਦੇ ਉੱਤੇ ਲਿਖ ਰਹੇ ਹੋ? ਜੀ ਲਿਖਣਾ ਤੇ ਲਿਖਣਾ ਹੀ ਹੁੰਦਾ ਹੈ ਨਾ। ਤੁਸੀਂ ਕਿੱਥੇ ਵੀ ਲਿਖੋ ਇਮੋਸ਼ਨ ਆਉਂਦੇ ਨੇ ਹਰੇਕ ਚੀਜ਼ 'ਤੇ। ਜਿਹਦੇ ਚੀਜ਼ ਜ਼ਰੂਰੀ ਨਹੀਂ ਜਿਹੜੀ ਚੀਜ਼ ਲਈ ਮੈਂ ਇਮੋਸ਼ਨਲ ਹੈਗੀ ਹਾਂ ਤੁਸੀਂ ਵੀ ਇਮੋਸ਼ਨਲ ਹੋ, ਲੇਕਿਨ ਇਹ ਫੌਜੀ ਦਾ ਨੈਸ਼ਨਲ ਸੈਂਟੀਮੈਂਟ ਇਹੋ ਜਿਹਾ ਹੁੰਦਾ ਹੈ ਕਿ ਸਾਰੇ ਇਮੋਸ਼ਨਲ ਹੁੰਦੇ ਨੇ, ਕਿਉਂਕਿ ਫੌਜੀ ਜਿਹੜਾ ਕੰਮ ਕਰ ਰਿਹਾ ਉਹ ਸਿਰਫ ਆਪਣੇ ਲਈ ਨਹੀਂ ਕਰ ਰਿਹਾ ਹੈ ਨਾ, ਆਪਣੀ ਕਮਿਊਨਿਟੀ ਲਈ ਨਹੀਂ ਕਰ ਰਿਹਾ ਹੈ ਜਾਂ ਫਿਰ ਆਪਣੀ ਸੁਸਾਇਟੀ ਲਈ ਨਹੀਂ ਕਰ ਰਿਹਾ, ਉਹ ਕਰ ਰਿਹਾ ਦੇਸ਼ ਦੇ ਲਈ। ਅਤੇ ਦੇਸ਼ ਦਾ ਤੁਸੀਂ ਵੀ ਇੱਕ ਭਾਗ ਹੋ ਹੈ ਨਾ, ਅਤੇ ਤੁਹਾਡੇ ਲਈ ਕਰ ਰਿਹਾ, ਉਹ ਸਭ ਦੇ ਲਈ ਕਰ ਰਿਹਾ। ਤਾਂ ਥੋੜ੍ਹਾ ਇਮੋਸ਼ਨ ਜ਼ਿਆਦਾ ਸਟਰੋਂਗ ਤਾਂ ਹੁੰਦਾ ਹੀ ਹੁੰਦਾ ਹੈ, ਤੁਸੀਂ ਕੁਛ ਵੀ ਕਹੋ। ਅਤੇ ਮੇਰੇ ਲਈ ਕੁਛ ਹੋਰ ਵੀ ਸਟਰੋਂਗ ਹੈ ਕਿਉਂਕਿ ਤੁਸੀਂ ਵੇਖੀਏ 4th ਜਨਰੇਸ਼ਨ ਹੁਣ ਅਸੀਂ ਆਰਮੀ 'ਚ ਹੈਗੇ ਨੇ,
तो थोड़ा इमोशन ज़्यादा स्ट्रॉन्ग रहता है। जब मैं लिख भी रही ਸੀਗੀ ਅਨਡੌਂਟਡ ਉਮਰ ਫਿਆਜ਼ ਤੇ ਕਹਾਣੀ ਤੇ ਮੈਂ ਗਈ ਸ਼ੋਪੀਆਂ ਬੇਈ ਬਾਗ ਜਦ ਮੈਨੂੰ ਉਹਨਾਂ ਦੇ ਪੈਰੈਂਟਸ ਨੂੰ ਮਿਲਣਾ ਸੀਗਾ ਤੇ ਮੇਰੀ ਗੱਡੀ 'ਚ ਪੱਥਰ ਫੇਕੇ ਗਏ। ਓਕੇ। ਤੋ ਤੁਹਾਨੂੰ ਮੈਂ ਫੋਟੋ ਵਿਖਾਵਾਂਗੀ ਉਹਦੀ, ਮੈਂ ਰੱਖੀ ਹੋਈ ਹੈ ਸਾਰੀ ਫੋਟੋਜ਼। ਤੇ ਮੈਂ ਜਾ ਰਹੀ ਸੀਗੀ ਸ਼੍ਰੀਨਗਰ ਤੋਂ ਬੇਹੀ ਬਾਗ ਸ਼ੋਪੀਆਂ, ਉਹਨਾਂ ਦਾ ਘਰ ਉੱਥੇ ਸੀਗਾ। ਤੇ ਪੁਲਵਾਮਾ 'ਚ ਇੱਕ ਟੈਰਰਿਸਟ ਇਨਕਾਊਂਟਰ ਹੋਇਆ ਸੀਗਾ ਜਿਹਦੇ ਹੱਥੀ ਅਸੀਂ 3 ਟੈਰਰਿਸਟ ਮਾਰ ਦਿੱਤੇ ਸੀਗੇ ਤੇ ਉਹ ਸਟੋਨ ਪੈਲਟਿੰਗ ਕਰ ਰਹੇ ਸੀਗੇ ਉੱਥੇ ਤੇ ਮੈਂ ਵਿੱਚ ਫਸ ਗਈ। ਓਕੇ। ਤੇ ਮੇਰੀ ਗੱਡੀ 'ਚ ਵੀ ਪੱਥਰ ਪਿਆ। ਫਿਰ ਡਰਾਈਵਰ ਨੇ ਗੱਡੀ ਮੋੜੀ ਤੇ ਦੂਜੀ RR ਯੂਨਿਟ 'ਚ ਮੈਨੂੰ ਲੈ ਕੇ ਗਿਆ ਉੱਥੇ ਤੇ ਅਸੀਂ ਥੋੜ੍ਹੀ ਦੇਰ ਰੁਕੇ ਤੇ ਅਸੀਂ ਜਦ ਮੈਂ ਵਾਪਸ ਆ ਰਹੀ ਸੀਗੀ ਇਹ ਸਾਰਾ ਰਿਸਰਚ ਵਰਕ ਕਰਕੇ ਉਹਨਾਂ ਦੀ ਫੈਮਿਲੀ ਨੂੰ ਮਿਲ ਕੇ ਗੱਲ ਕਰਕੇ ਫਿਰ ਮੈਂ पोस्टमार्टम रिपोर्ट्स क्योंकि दिस वाज अ मर्डर केस, अभी तक इनकाउंटर तो नहीं था क्योंकि आप देखिए एक निहत्ते आदमी को उन्होंने ਵਿਆਹ ਤੋਂ ਚੱਕਿਆ ਤੇ ਉਹਨੂੰ मारता। तो इट वाज अ मर्डर इन्वेस्टिगेशन ऑल्सो, पुलिस का भी केस था तो पुलिस से भी मिली, बीमार भी हो गई, इतना इमोशनल ट्रॉमा था मेरे को। आपको साइड में रखना पड़ता है लेकिन आप कितना साइड पे रख पाओगे इस चीज़ को। तो फिर उसके बाद जब मैं वापस आ रही थी तो मेरी जो सिस्टर इन लॉ थी, मेरे ब्रदर की वाइफ, शी वॉज 8 months प्रेग्नेंट। मेरी मामा जी श्रीनगर में पोस्टेड थे, फ़ौज में हैं वो भी, और मेरी नानी भी वहीं पे थी श्रीनगर में। तो मैं वापस आई तो मैं काफ़ी चुप थी, मैंने ज़्यादा बात नहीं की। इन्होंने भी मुझसे ज़्यादा बात नहीं की घर वालों ने। और मेरे मामा जी किसी ने बता दिया था कि मैंने किसी को बताया नहीं था घर में मैं किताब लिख रही हूँ। जब उनको ये चीज़ पता लगी कि ऐसे पत्थर पड़ गए हैं, ये सब हो गया है, तो सारी लेडीज़ ने मेरे को घेर लिया कि तुम टेररिस्ट पे लिख रही हो, तुमको पता है तुम्हारे घर में सब फ़ौज में है, कितना रिस्क है। अब देखिए लेडीज़ तो ये फील करेंगी ना, आदमी नहीं करें वो अलग बात है, वो तो फ़ौज में है, उनका तो काम है ये। तो और उस टाइम पे मेरी जो सिस्टर इन लॉ थी, शी वॉज 8 months प्रेग्नेंट। तो आप सोचिए कि इमोशन कितना हाई होगा उस टाइम पे। जब आपके ऊपर बात आती है तो आप ले लेते हैं। अब जब मैं उनको इंटरव्यू करने जा रही थी तो मुझसे ये कहा गया कि आपके 4 नंबर स्पीड डायल पे डाल रहे हैं, आप वहाँ पे जाएंगे, अगर आपको कोई वेपन, क्योंकि जिस घर से वो किडनैप हुआ था मैं उसी घर में जा रही थी उनको इंटरव्यू करने के लिए, और उसके ऊपर कहानी लिख रही थी, आप सोचिए। और इस इंसिडेंट को 1 महीना भी नहीं हुआ था। तो मैनू कह रहे थे तो तुसी फटाफट स्पीड डायल ते करना ते सानू दस देना कि कोई भी वेपन उस टाइम ते डर ते लगदा है मतलब बाकी तुसी बहादुर बन के ते आगे तो तुहानू किया जा रहा है कि उत्थे कोई तुहानू वेपन विख्या ते तुसी सानू कॉल कर दो, कॉल की वेपन विख्या ते मतलब तुसी गए। ते माहौल ते ਉਹੀ ਸੀਗਾ। ਹੁਣ ਤੇ थोड़े हालात बदल गए ने, मैं गई सीगी हूँ रिसेंटली, लेकिन उस टाइम पे तो हालात ऐसा ही था। तो मेरे को ये जब बोला तो मैं देखी जाएगी क्या है, मार ही देंगे। लेकिन कोई आपको बोले कि आपके भाई पे आएगा, आपके मामे पे आएगा, है ना, आपके पापा पे आएगा, तो आप क्या करोगे? आप पीछे हटोगे ना, आप कोशिश तो करोगे कि नहीं, उन पे नहीं आनी चाहिए बात। फिर मेरे भाई ने उस टाइम पे बोला था, कहता अब तो किताब लिख देना, नहीं तो सब बोलेंगे कि मेरी वजह से नहीं लिखी गई। एंड ही सेड अगर एक फेलो ऑफिसर पे मेरी बहन किताब नहीं लिख सकती है तो मेरे को इस वर्दी पहनने का क्या फ़ायदा? फिर तो मुझे फेंक देनी चाहिए, मैं लायक ही नहीं वर्दी पहनने के। तो वहाँ से थोड़ी मोटिवेशन फिर और आई लिखने की, तो रिलेटेडनेस और हुई, है ना। ਤੁਹਾਡੀ ਗੱਡੀ ਤੇ ਪੱਥਰ ਕਿਉਂ ਮਾਰੇ ਸੀਗੇ ਕਾਰਨ? वो सबकी गाड़ियों पे पत्थर मार रहे थे, है ना। वो कोई सब भी बाहर की गाड़ी, जो भी बाहर की गाड़ी आ रही थी सब पे पत्थर मार रहे थे। गुस्सा था उनमें कि तुमने हमारे लोग मार दिए हैं। वो टेररिस्ट्स को समझते हैं कि उनके लोग हैं। और आप ये देखिए, जो लोकल सेंटिमेंट हो ना हो, मैं आपको ये बात बता रही हूँ, मैंने लिखी हुई है किताब में। वो जो लड़का जो वहाँ पे बच्चे थे, दे वर अंडर द इन्फ्लुएंस ऑफ ड्रग्स। वो सब ने ड्रग्स लिए हुए थे। और वो ड्राइवर ने मेरे को बोला, कहते हैं मैडम ये सब बच्चों को ये ड्रग्स दे देते हैं, पत्थर पकड़ा देते हैं, पैसे पकड़ा देते हैं और वो एडिक्ट हो जाते हैं।
ਮਾਈਂਡ ਵਾਸ਼ ਕਰਦੇ ਆ ਉੱਥੇ ਜ਼ਿਆਦਾ बहुत ज़्यादा रेडिकलाइजेशन इतनी ज़्यादा है कि और आप सोचिए जो बच्चा और कुछ पढ़ ही नहीं रहा है मदरसा में जाके ये सब आपके वो स्क्रिप्चर्स पढ़ रहा है, वो भी स्क्रिप्चर्स ये नहीं कि आपसे कुरान से लिए जा रहे हैं या कहीं और से, इनके स्क्रिप्चर्स अलग ही स्क्रिप्चर्स होते हैं जो उनको इतनी बुरी तरीके से रेडिकलाइज कर देते हैं कि वो समझते हैं कि बाकी और कोई भी इंसान है जो मुसलमान नहीं है वो काफिर है। और मैं आपको ये जो बात बोल रही हूँ ना, ये मैं किताबी बात नहीं बोल रही हूँ, मैंने खुद एक्सपीरियंस की है वहाँ पे। वहाँ पे आई वाज अ पार्ट ऑफ सद्भावना प्रोजेक्ट। वहाँ पे छोटे छोटे 8th स्टैंडर्ड के बच्चे, आप देखिए मैं वहाँ पे इंटरव्यू कर रही हूँ, एक 8th स्टैंडर्ड के बच्चे ने बताया कि उसके स्कूल बैग में एक भैया ने ग्रेनेड दी है। और जब उमर फयाज का स्कूल जब आप इनॉग्रेट करेंगे तो जो GOC आएगा इनॉग्रेट करने, आप उस पर ग्रेनेड फोड़ देना। तो उस दिन फॉर्चुनेटली जो स्कूल बैग थे अलाउ नहीं किए बच्चों को, कि कहते स्कूल बैग क्यों लेकर आने हैं, आज फंक्शन है तो स्कूल बैग अलाउ नहीं। अब नहीं तो उसको वो ग्रेनेड लेकर आता बच्चा 8वीं क्लास में, मतलब 12-13 साल का बच्चा होगा, शायद छोटा ही होगा 8वीं क्लास में, आप सोचिए उसको आप ग्रेनेड पकड़ा रहे हो। ਬਾਕੀ ਸਾਰਿਆਂ ਨੂੰ ਇਹ ਦੱਸਿਆ ਜਾਂਦਾ ਕਿ ਵੀ ਇਕੱਲੇ ਮੁਸਲਮਾਨ ਠੀਕ ਨੇ, ਬਾਕੀ ਕਾਫਿਰ ਨੇ, ਬਾਕੀ ਕਾਫਿਰ ਹੈ। ਇੰਨਾ ਮਾਈਂਡ ਵਾਸ਼ ਕਰਦੇ ਇੰਨਾ माइंड वॉश कर देने। तो देन दे आल्सो हैंड पिक, ऐसा नहीं है कि सबको करते हैं, बहुत वो वहाँ पे देखते हैं कि भी आप देखिए जम्मू एंड कश्मीर के जो बच्चे हैं वो बहुत अवेयर हैं, उनके अंदर डिबेट करने की, सोचने की बहुत क्षमता है, टाइम भी है उनके पास ये सब करने का, बहुत इंटेलिजेंट बच्चे हैं वहाँ के। मैंने वहाँ के JNV के बच्चों के साथ इंटरव्यू किया है उनके बच्चों को, और उन्होंने तो बहुत इंटेलिजेंट बच्चे हैं, उनसे आप डिबेट करिए, इतने बढ़िया से आपको रैशनल्स देंगे वो हर एक चीज़ में। लेकिन वो हैंड पिक करते हैं, किसी गरीब क्लास को आपने हैंड पिक किया, बहुत ही गरीब घर का बच्चा है, या फिर कहीं पे उसके फादर की कहीं डेथ हो गई है किसी वजह से, तो वो इल्ज़ाम वो लगा देते हैं कि ये हमने नहीं, टेररिस्ट ने मारा होता है। अब आप देखिए उमर फयाज की जो डेथ हुई थी, वो बोल रहे हैं कि ये टेररिस्ट ने, इट्स कंफर्म्ड कि 4 टेररिस्ट ने उसको किडनैप किया, उसके बाद उसको, वो सारा कंफर्म्ड है, वो पूरी रिपोर्ट में आया है। लेकिन टेररिस्ट ने वहाँ पे जाके ये न्यूज़ फैला दी है कि इनकी जो DSP की बेटी थी, ये मुझे बताया गया, DSP की बेटी की थी, उसके साथ उसका अफेयर था, इस वजह से DSP साहब ने उसको मरवा दिया है। अच्छा, कहानी चेंज करती है। और मैं जब DSP से मिली, मैंने कहा, कहते मेरी तो बेटी है ही नहीं। कहते अभी तो वो छोटी 9 साल की है, ऐसी तो मेरी कोई बेटी है ही नहीं, मेरा तो बेटा है जो पढ़ता है। तो इस तरीके से आप देखिए, अब रेडिकलाइजेशन क्या होती है, झूठ से ही तो होती है, आप झूठ किसी के दिमाग में डालते रहो। तो आई वाज आल्सो अ विक्टिम ऑफ रेडिकलाइजेशन ओनली। ਪਰ ਇਹਦੇ 'ਚ ਇੱਕ ਚੀਜ਼ ਵੀ ਐਡ ਕਰਨਾ ਚਾਹਾਂਗਾ ਮੈਂ। ਇੱਕ ਪਾਸੇ ਤੇ ਉਹ ਨੇ ਜੋ ਦੇਸ਼ ਦੇ ਖਿਲਾਫ ਕਈ ਬੱਚਿਆਂ ਨੂੰ ਤਿਆਰ ਕਰਦੇ ਨੇ, ਇੱਕ ਪਾਸੇ ਤੁਸੀਂ ਹੋ ਕਿ ਤੁਸੀਂ ਇੱਕ ਬੱਚੇ ਨੂੰ ਪੜ੍ਹਾਈ ਦਿੱਤੀ, ਬੜਾ ਕੁਛ ਦਿੱਤਾ, ਉਹ ਹੁਣ ਕਾਲਜ ਤੋਂ ਅੱਗੇ ਯੂਨੀਵਰਸਿਟੀ ਤੱਕ ਸ਼ਾਇਦ ਚਲਿਆ ਗਿਆ। ਮਤਲਬ ਇਹੋ ਜਿਹੇ ਇਨਸਾਨ ਹੋਣੇ ਚਾਹੀਦੇ ਜਿਹੜੇ ਬੱਚਿਆਂ ਨੂੰ ਸਹੀ ਰਾਹ ਤੋਰਦੇ ਨੇ। ਇਹ ਤੁਸੀਂ ਕਿਉਂ ਸੋਚਿਆ ਕਿ ਵੀ ਮੈਂ ਉਸ ਬੱਚੇ ਨੂੰ ਚੰਗੀ ਤਰ੍ਹਾਂ ਪੜ੍ਹਾਈ ਸਾਰਾ ਕੁਛ ਚੰਗੀ ਤਰ੍ਹਾਂ ਵਧੀਆ ਕਰਾਵਾਂਗੀ? ਦੇਖੋ ਜੀ, ਮੈਂ ਉਸ ਸਾਈਡ ਨੂੰ ਵੀ ਬਲੇਮ ਨਹੀਂ ਕਰ ਸਕਦੀ, ਕਿਉਂਕਿ ਉਹਨਾਂ ਨੇ ਵੇਖਿਆ ਹੀ ਹੈ ਕੁਛ ਹੈ। ਜੰਮੂ ਐਂਡ ਕਸ਼ਮੀਰ ਤੁਸੀਂ ਜਾਓ, ਉਹਨਾਂ ਨੇ ਵੇਖਿਆ ਹੀ ਹੈ। ਤੁਸੀਂ ਕਿਸੇ ਸਕੂਲ 'ਚ ਚਲੇ ਜਾਓ ਤੇ ਉੱਥੇ ਹਰੇਕ 10 ਕਦਮ ਤੇ ਤੁਹਾਨੂੰ ਇੱਕ ਗਾਰਡ ਬੰਦੂਕ ਦੇ ਨਾਲ ਮਿਲਣ। ਉਹਨਾਂ ਦੇ ਕੋਲ 2 ਆਪਸ਼ਨਸ ਹੁੰਦੀਆਂ ਨੇ, ਅਸੀਂ ਇੱਕ ਫੌਜ ਜੁਆਇਨ ਕਰ ਲਈ ਜਾਂ ਫਿਰ ਅਸੀਂ ਟੈਰਰਿਸਟ ਆਰਗੇਨਾਈਜੇਸ਼ਨ ਜੁਆਇਨ ਕਰ ਲਈ। ਕਿਹੜੀ ਵੀ ਉਹ ਕੋਈ ਡਿਵੈਲਪਮੈਂਟ ਜਿਵੇਂ ਇੱਕ EID ਕਰਕੇ ਇੱਕ ਬਿल्डिंग उन्होंने बनाई सीगी, दे सेड अभी एंटरप्रेन्योर्स हम बनाएंगे, यहाँ से बिजनेस शुरू करेंगे। उन्होंने 2 बार उस बिल्डिंग को ब्लास्ट कर दिया। उन्होंने नहीं किया, टेररिस्ट ने किया, है ना। तो आप जो वहाँ का जो बच्चा पढ़ना भी चाहता है वो क्या करेगा, उसको बाहर ही निकलना पड़ेगा ना वहाँ से। डेवलपमेंट तो आपको वहीं से शुरू करनी पड़ेगी जहाँ से, अब मैं अगर पटियाला से हूँ तो मैंने पटियाला में स्कूलिंग की, कॉलेज किया, पढ़ी, मैंने देखा ही यही है, मेरे लिए यही है, मैंने यही सोचा है। अगर मैं पढ़ी हूँ तो मैंने उस बच्चे को भी आर्मी स्कूल में ही पढ़ाया जहाँ से मैं पढ़ी, फिर मैंने उसको आर्मी स्कूल बैंगलोर से पढ़ाया जहाँ मैं पढ़ा रही थी, फिर मैंने उसको कॉलेज में डाला जहाँ मैं पढ़ी हूँ। तो जो मैंने देखा है मैं वही करूँगी, मेरे लिए वही सही है। तो आई थिंक
ये एजुकेशन बहुत ज़रूरी है। एक माइंड, आजकल जो वॉर है सिर्फ बंदूकों की वॉर नहीं रह गई है, आजकल ये आईटी वॉर हो गई है, माइंड्स की वॉर हो गई है। तो हमको उन बच्चों का माइंड बदलना बहुत ज़रूरी है। ਰਿਪੋਰਟ ਔਨ ਟੈਰਰ, ਤੁਸੀਂ ਅੱਤਵਾਦ 'ਤੇ ਲਿਖਿਆ ਕੁਝ ਜਿਹੜੇ ਇਸ ਤਰੀਕੇ ਦੇ ਨਾਲ ਇਹ ਕਰਦੇ ਨੇ ਜਾਂ ਆਉਂਦੇ ਨੇ ਇਸ ਤਰੀਕੇ ਦੇ ਨਾਲ, ਉਹਨਾਂ ਦੇ ਲਈ? ਕਿਉਂਕਿ ਇੱਕ ਮੈਂ ਤੁਹਾਡਾ ਇੰਟਰਵਿਊ ਸੁਣ ਰਿਹਾ ਸੀਗਾ, ਤੁਸੀਂ ਇਹ ਜ਼ਿਕਰ ਕੀਤਾ ਸੀ ਕਿ ਮੈਂ ਉਹ ਅੱਤਵਾਦੀਆਂ ਦੇ ਵਾਸਤੇ ਨਹੀਂ ਲਿਖਣਾ ਚਾਹੁੰਦੀ ਵੀ ਆਪਣੀ ਕਲਮ ਦੇ ਨਾਲ ਇਸ ਤਰੀਕੇ ਦੇ ਨਾਲ। ਕੋਈ ਇਹੋ ਜਿਹਾ ਲਿਖਿਆ ਤੁਸੀਂ ਕਦੇ? ਜੀ ਜਦ ਮੈਂ ਉਮਰ ਫਿਆਜ਼ ਦੀ ਕਿਤਾਬ ਲਿਖ ਰਹੀ ਸੀਗੀ ਅਤੇ ਮੈਂ ਬੱਚਿਆਂ ਨੂੰ ਇੰਟਰਵਿਊ ਕਰ ਰਹੀ ਸੀਗੀ, ਉਹਦੇ ਜੂਨੀਅਰਸ ਜਿਹੜੇ ਸੀਗੇ ਇੱਕ ਸਕੂਲ 'ਤੇ, ਅਤੇ ਉਹ ਮੈਨੂੰ ਕਹਿੰਦੇ ਨੇ ਤੁਸੀਂ ਉਮਰ ਫਿਆਜ਼ 'ਤੇ ਕਿਉਂ ਲਿਖ ਰਹੇ ਹੋ, ਤੁਸੀਂ ਬੁਰਹਾਨ ਵਾਨੀ 'ਤੇ ਲਿਖਿਓ। ਅੱਛਾ। ਉਹ ਸਾਡਾ ਹੀਰੋ ਹੈ। ਮਤਲਬ ਬੱਚੇ ਕਹਿ ਰਹੇ ਸੀ? ਬੱਚੇ, ਸਕੂਲ ਦੇ ਬੱਚੇ, ਉਹ ਸਾਡਾ ਹੀਰੋ ਹੈ, ਬੁਰਹਾਨ ਵਾਨੀ ਸਾਡਾ ਹੀਰੋ ਹੈ। ਅਤੇ ਐਵੇਂ ਲਿਖਿਆ ਵੀ ਹੈ। ਅਤੇ ਮੈਂ ਉਸ ਮਾਈਂਡ ਸੈੱਟ को ਚੇਂਜ ਕਰਨ ਲਈ ਤੁਹਾਨੂੰ ਬਹੁਤ ਐਫਰਟ ਲਾਉਣਾ ਪੈਣਾ ਹੈ। ਸਰਕਾਰ ਨੂੰ ਬਹੁਤ ਐਫਰਟ ਲਾਉਣਾ ਪੈਣਾ ਹੈ, ਇੱਕ ਸਿਟੀਜ਼ਨ ਨੂੰ ਬਹੁਤ ਐਫਰਟ ਲਾਉਣਾ ਪੈਣਾ ਹੈ, ਸਾਨੂੰ ਬੜਾ ਐਫਰਟ ਲਾਉਣਾ ਪੈਣਾ। ਤੁਸੀਂ ਵੇਖਿਓ, ਮੈਂ ਇਹ ਕਿਤਾਬ ਲਿਖੀ ਹੈ ਜਿਹੜੀ ਉਮਰ ਫਿਆਜ਼, ਮੈਨੂੰ ਵਾਈਸ ਚਾਂਸਲਰ ਜੰਮੂ ਕਸ਼ਮੀਰ ਯੂਨੀਵਰਸਿਟੀ ਤੋਂ ਕਾਲ ਆਇਆ ਸੀ, ਥੈਂਕ ਯੂ ਫॉर ਰਾਈਟਿੰਗ ਦਿਸ ਬੁੱਕ। ਤੁਸੀਂ ਦੋਨੋਂ ਪਕਸ਼ ਰੱਖੇ। ਮੈਂ ਨਹੀਂ ਕਿਹਾ ਕਿ ਉਹਨਾਂ ਦੀ ਪ੍ਰੋਬਲਮਸ ਨਹੀਂ ਹੈ। ਤੁਸੀਂ ਦੱਸੋ, ਹਾਂ ਅਸੀਂ ਇੰਟਰਨੈਟ ਨਾਲ ਇਹ ਬੱਚੇ, ਛੋਟੇ ਛੋਟੇ ਬੱਚੇ ਸਾਰੇ ਕਿਵੇਂ ਇੰਟਰਨੈਟ ਉਹਨਾਂ ਦੇ ਕੋਲ ਆਪਰੇਸ਼ਨ ਹੋ ਰਹੇ, ਇੰਟਰਨੈਟ ਡਾਊਨ। ਮੈਂ ਐਂਟਰਟੇਨਮੈਂਟ ਦੀ ਗੱਲ ਨਹੀਂ ਕਰ ਰਹੀ। ਹੁਣ ਉਮਰ ਫਿਆਜ਼ ਨੂੰ ਆਪਣਾ NDA ਦਾ ਫਾਰਮ ਭਰਨਾ ਸੀਗਾ, ਉਹਨੂੰ 2 ਘੰਟੇ ਟਰੈਵਲ ਕਰਨਾ ਪਿਆ ਆਪਣਾ NDA ਫਾਰਮ ਭਰਨ ਨੂੰ, ਲੇਕਿਨ ਉਹਨੇ ਕੀ ਚੂਜ਼ ਕੀਤਾ? NDA ਦਾ ਫਾਰਮ ਭਰੂੰਗਾ, है ना, पैसा कमाऊंगा, सही रास्ते जाऊंगा। बुरहान वानी ने की चूज़ किया, है ना। ਤੇ ਜੇ ਤੁਹਾਨੂੰ ਮੈਮ ਕਈ ਵਾਰ ਪੈਸਾ ਆਫਰ ਹੋ ਜਾਂਦਾ ਰਾਈਟਰਾਂ ਨੂੰ, ਜੇ ਤੁਹਾਨੂੰ ਪੈਸਾ ਜਾਂ ਇਸ ਤਰੀਕੇ ਨਾਲ ਆਫਰ ਕੀਤਾ ਜਾਂਦਾ ਕਿ ਵੀ ਤੁਸੀਂ ਲਿਖੋ, ਜਿਵੇਂ ਉਹ ਕਹਿੰਦੇ ਸਾਡਾ ਹੀਰੋ ਹੈ, ਇਹਨੂੰ ਤੁਸੀਂ ਕਿਤਾਬ ਦੇ ਵਿੱਚ ਛਾਪ ਦਿਓ ਤੇ ਇਹਨੂੰ ਹੀਰੋ ਬਣਾ ਦਿਓ, ਤੁਸੀਂ ਇਹ ਕਦਮ ਚੁੱਕ ਸਕਦੇ ਸੀ? ਕਦੀ ਵੀ ਨਹੀਂ। ਕਿਵੇਂ ਚੁੱਕ ਸਕਦੇ ਹੋ? ਕਦੀ ਵੀ ਨਹੀਂ। ਮੈਂ ਕਰ ਹੀ ਨਹੀਂ ਸਕਦੀ, ਮੇਰੇ ਕੋਲ ਹੋਏਗਾ ਹੀ ਨਹੀਂ। ਆਈ ਐਮ ਨॉट ਕੇਪੇਬਲ। मैं खुद ही कह रही हूँ, मेरे को वो टैलेंट ही नहीं है, मेरे को वो कैपेबिलिटी नहीं है, मेरे को वो थॉट ही नहीं है, थिंकिंग ही नहीं है। मैं किवें कर सकती हाँ? मेरे को जड़ा थॉट थिंकिंग है मैं वही तो लिख सकती हाँ, मेरे को जड़े एक्सपीरियंसिस ने मैं वही लिख सकती हाँ, है ना। हुण मैं उन्हां दी कहानियां, मेरे तो ये किसी ने सवाल भी पूछा सीगा कि तुहाडा माइंड चेंज हुंदा है? आई एम सरप्राइज्ड। ओके, मेरा माइंड नहीं चेंज हो सकता, बट आई एम सरप्राइज। मेरे को दूसरे तरफ की कहानी सुनने को मिलती है, लेकिन मेरे को शौक और सरप्राइज ही होता है। और मुझे होता है कि मैं, अब देखो आपका कंट्रोल तो है नहीं, अब सब लोग यही कहते हैं कि भाई आप किसी को चेंज मत करो, किसी को कंट्रोल मत करो, ज़िंदगी जीने का यही है, लेकिन आपको इसको तो कंट्रोल करना ही पड़ेगा ना। आपको आतंकवाद को तो कंट्रोल करना ही पड़ेगा। इट्स अ बिग थ्रेट टू ह्यूमैनिटी। आप देखिए पहलगाम में इन्होंने क्या किया, दिल दहल जाता है एक बार। आप कैसे उस चीज़ को बोल दोगे कि ये सही है, चाहे उसका कोई भी रीज़न रहा हो। मैं कहती हूँ कोई भी रीज़न रहा हो, ਪਰ ਮੋਸਟਲੀ ਸਰਕਾਰਾਂ ਵੱਲ ਧਿਆਨ ਹੋ ਜਾਂਦਾ ਉਸ ਚੀਜ਼ ਨੂੰ ਦੇਖ ਕੇ ਕਿ ਵੀ ਆਰਮੀ ਕਿੱਥੇ ਸੀਗੀ, ਉਹ ਚੀਜ਼ਾਂ ਉਹ ਬੜਾ ਇੱਕ ਡੂੰਘਾਈ ਦੇ ਵਿੱਚ ਹੈ। ਮਤਲਬ ਇਹ ਵੀ ਕੁਐਸਚਨ ਹੁੰਦਾ ਕਿ ਤੁਸੀਂ ਚੈਲੰਜ ਕਰ ਦਿੰਦੇ ਹੋ ਭਾਵੇਂ ਕੋਈ ਵੀ ਸਰਕਾਰ ਹੈ ਕਿਸੇ ਵੀ ਤਰੀਕੇ ਦੇ ਨਾਲ, सरकार ਨੂੰ चैलेंज करें, ਸਰਕਾਰ ਨੂੰ ਕਿ ਵੀ ਇਹ ਤੁਹਾਡੀ ਅਣਗਹਿਲੀ ਹੈ जी। अगर सरकार ने स्टेप्स नहीं लेते हैं तो ਅਸੀਂ ਬੀਇੰਗ ਇਨ ਅ ਡੈਮੋਕ੍ਰੈਟਿਕ ਕੰਟਰੀ ਸਾਡਾ ਹੱਕ ਹੈ ਬੋਲਣਾ। ਕਿਉਂ ਨਹੀਂ ਬੋਲਣਗੇ? ਅਸੀਂ ਬੋਲਾਂਗੇ, ਹੈ ਨਾ। ਉਹ ਤੇ ਸਾਡਾ ਹੱਕ ਹੈ। ਬਿਲਕੁਲ। ਸਾਨੂੰ ਸਰਕਾਰ ਨੇ ਹੀ, ਸਾਨੂੰ ਨੇਸ਼ਨ ਨੇ, ਕਨਸਟੀਟਿਊਸ਼ਨ ਨੇ ਇਹ ਹੱਕ ਦਿੱਤਾ ਹੋਇਆ ਹੈ ਬੋਲਣ ਲਈ। ਕਿਉਂ ਨਹੀਂ ਬੋਲਣਗੇ? ਸਰਕਾਰ ਨੇ ਤੇ ਅਪੋਲੋਜੀ ਦਿੱਤੀ ਹੈ ਜੀ, ਇਸ ਲਈ ਉਹਨਾਂ ਨੇ ਅਪੋਲੋਜੀ ਦਿੱਤੀ ਹੈ ਕਿ ਸਾਡੇ ਕੋਲੋਂ ਹੋਈ ਹੈ ਗਲਤੀ ਸੀਗੀ। ਲੇਕਿਨ ਫਿਰ ਵੀ ਤੁਸੀਂ ਵੇਖੋ ਨਾ, ਕਿੰਨਾ ਇੰਨੀ ਸਿਕਿਉਰਿਟੀ ਤੁਸੀਂ ਕਿੱਥੋਂ ਲੈ ਕੇ ਆਓਗੇ? ਇੰਨੀ ਸਿਕਿਉਰਿਟੀ। ਉਹ ਟੂਰਿਸਟ ਸਪੌਟ ਹੈ, ਖਿੰਡੇ ਹੋਏ ਨੇ ਲੋਕ, ਤੁਸੀਂ ਰੈਂਡਮਲੀ ਐਵੇਂ ਚੁੱਕ ਕੇ ਲੋਕਾਂ ਨੂੰ ਮਾਰੀ ਜਾ ਰਹੇ ਹੋ। ਉਹ ਵੀ ਵੇਖੋ ਕਿੰਨਾ ਤਗੜਾ ਮੈਸੇਜ ਦੇਣਾ ਚਾਹੁੰਦੇ ਸੀਗੇ। ਕਿਉਂਕਿ ਇਹ ਅਟੈਕ ਇੱਕ ਨਹੀਂ ਹੈ, ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਅਟੈਕ ਹੋ ਚੁੱਕੇ ਨੇ। ਭਾਵੇਂ ਅਸੀਂ ਇਹਦੀ ਪਹਿਲਗਾਮ ਦੀ ਗੱਲ ਕਰ ਰਹੇ ਹਾਂ, ਇਸ ਤੋਂ ਪਹਿਲਾਂ ਪੁਲਵਾਮਾ ਹੋ ਚੁੱਕਿਆ। ਪੁਲਵਾਮਾ ਲੇਕਿਨ ਤੁਸੀਂ ਇਹ ਵੇਖਿਓ, ਮੈਂ ਕਹਿੰਦੀ ਹਾਂ ਇਸ ਸਰਕਾਰ ਨੇ ਮੂੰਹ ਤੋੜ ਜਵਾਬ ਦਿੱਤਾ ਹੈ। ਮੈਨੂੰ ਤੁਸੀਂ ਦੱਸੋ ਕਿਸ ਸਰਕਾਰ ਨੇ ਐਵੇਂ ਜਵਾਬ ਦਿੱਤਾ ਆਪਰੇਸ਼ਨ ਸਿੰਦੂਰ ਕਰਕੇ? ਮੈਂ ਤਾਂ ਕਹਿੰਦੀ ਹਾਂ ਆਪਰੇਸ਼ਨ ਸਿੰਦੂਰ 2 ਵੀ ਹੋਣਾ ਚਾਹੀਦਾ ਹੈ।
ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਤੁਸੀਂ ਜੋ ਇਹ ਕੰਮ ਕਰ ਰਹੇ ਹੋ ਇਹ ਠੀਕ ਨਹੀਂ ਹੈ। ਤੁਹਾਨੂੰ ਕੀ ਲੱਗਦਾ ਹੈ ਸਾਰੇ ਪਾਕਿਸਤਾਨੀ ਇਹ ਚਾਹੁੰਦੇ ਨੇ? ਉਹ ਖੁਦ ਸਫਰ ਕਰ ਰਹੇ ਨੇ। ऑपरेशन सिंदूर होया सीगा, आई डोंट नो आपने ट्विटर में देखा नहीं देखा, वो बेचारे कहते क्या करोगे, पानी बंद करोगे हमारा, नलके बंद करोगे हमारे, हमारी सरकार ने वैसी हमारी हालत खराब कर रखी है, सही गल, तो आप क्या इससे ज़्यादा क्या ही कर लोगे हमारा। वो कहते कि बहुत गरीबी है, बहुत गरीबी है और जेड़े ए फौजी ने ਤੁਸੀਂ ਦੱਸੋ ਇੰਨਾ ਉਹਨਾਂ ਦਾ ਡਿਫੈਂਸ ਬਜਟ, ਸਾਡੀ ਕੰਟਰੀ ਦਾ ਇੰਨਾ ਡਿਫੈਂਸ ਬਜਟ ਨਹੀਂ ਹੈ ਜਿੰਨਾ ਉਹ ਪਾਉਂਦੇ ਨੇ। ਕਿਉਂ ਪਾਉਂਦੇ ਨੇ? ਲੜਾਈ ਲਈ। ਲੜਾਈ ਅਸੀਂ ਤਾਂ ਉਹਨਾਂ ਨੂੰ ਕਦੇ ਵੀ ਹਰਾ ਸਕਦੇ ਨੇ, ਹੈ ਨਾ। ਲੜਾਈ ਲਈ ਨਹੀਂ, ਉਹ ਸਾਰੀ ਜਿੰਨੀ ਵੀ ਹਰਾਰਕੀ ਹੈ ਸਾਰਾ ਪੈਸਾ ਖਾਂਦੀ ਹੈ। ਉਹਨਾਂ ਦੇ ਤੁਸੀਂ ਜ਼ਮੀਨ ਦੇਖੋ, ਕੋਠੀਆਂ ਵੇਖੋ ਜਾ ਕੇ, ਉਹਨਾਂ ਦੇ ਬੱਚੇ ਵੇਖੋ, ਕੌਣ ਪੜ੍ਹ ਰਿਹਾ ਉੱਥੇ? ਸਾਰੇ ਲੰਡਨ ਅਮਰੀਕਾ ਸਭ ਗਏ ਹੋਏ ਨੇ ਉੱਥੇ। ਜਿਹੜੇ ਗਰੀਬ ਆਵਾਮ ਹੈ ਉਹ ਗਰੀਬ ਹੈ, ਗਰੀਬ ਅਮੀਰ ਹੋਰ ਅਮੀਰ ਹੈ, ਹੋਰ ਬੁਰਾ ਹਾਲ ਹੈ ਉਹਨਾਂ ਦਾ। ਅੱਛਾ ਮੈਮ, ਜਦੋਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਕਦੇ ਤੁਹਾਨੂੰ ਕਿਸੇ ਟੈਰਰਿਸਟ ਦੀ ਇੰਟਰਵਿਊ ਵੀ ਦੇ ਲਈ ਵੀ ਮੌਕਾ ਮਿਲਿਆ ਕਿ ਵੀ ਜੇਲ੍ਹ ਦੇ ਵਿੱਚ ਜਾ ਕੇ ਇੰਟਰਵਿਊ ਕਰਕੇ ਆਓ? ਹਾਂਜੀ, ਕੋਈ ਕੀਤਾ ਇੰਟਰਵਿਊ? ਹਾਂਜੀ। ਦੇਖੀਏ ਕੀ ਹੁੰਦਾ ਹੈ ਕਿ जब ਤੁਹਾਡੇ ਕੋਲ ਰਿਪੋर्ट आती है सारी, you have to take it with a pinch of salt, है ना। रिपोर्ट्स जो होती हैं, गवर्नमेंट डॉक्यूमेंट्स होते हैं, कभी कभी वन साइडेड भी होते हैं। तो एज एन ऑथर आपकी रिस्पॉन्सिबिलिटी हो जाती है कि आप पूरी कहानी को जानो, उनका पक्ष भी लिखो, उनकी कहानी भी जानो। फेज फैक्ट। हाँ जी। ਤੇ ਨਗਰੋਟਾ ਜਦ ਹੋਇਆ ਸੀਗਾ ਤੇ 4 ਲੋਕਲ ਏਡ ਸੀਗੇ ਜਿਨ੍ਹਾਂ ਨੇ ਇਹਨਾਂ ਫਿਦਾਈਨ ਜਿਹੜੇ ਆਏ ਸੀ ਉਹਨਾਂ ਦੀ ਮਦਦ ਕੀਤੀ ਸੀ। ਤੇ ਉਹ ਸਾਡੇ ਦੇਸ਼ 'ਚ ਹੀ ਸੀਗੇ, ਸ਼ੋਪੀਆਂ, ਪੁਲਵਾਮਾ, ਜੰਮੂ ਐਂਡ ਕਸ਼ਮੀਰ 'ਚ ਜਿਹੜੀ ਜਗ੍ਹਾ ਹੈਗੀਆਂ ਨੇ ਉੱਥੇ ਦੇ ਰਹਿਣ ਵਾਲੇ ਸੀਗੇ। ਤੇ ਉਹ 4 ਲੋਕ ਉਹਨਾਂ ਨੇ ਅਰੈਸਟ ਕੀਤੇ NIA ਨੇ ਆਫਟਰ 2 years। 2016 'ਚ ਅਟੈਕ ਹੋਇਆ, 2018 'ਚ ਉਹਨਾਂ ਨੇ ਉਹਨਾਂ ਨੂੰ ਅਰੈਸਟ ਕੀਤਾ ਤੇ ਹੁਣ ਵੀ ਉਹ ਜੇਲ੍ਹ 'ਚ ਨੇ। ਤੇ ਮੈਂ ਉਹਨਾਂ ਦਾ ਇੰਟਰਵਿਊ ਲੈਣ ਗਈ ਸੀਗੀ, ਉਹਨਾਂ 4 ਦੀ ਕਹਾਣੀਆਂ ਸੁਣੀਆਂ ਮੈਂ, ਹੈ ਨਾ। ਕੀ ਕਹਿੰਦੇ ਸੀਗੇ? ਕੀ ਕਹਿਣਗੇ? ਕਹਿੰਦੇ ਹੋਣਗੇ ਕਿ ਕੁਛ ਤਾਂ। ਮੈਂ ਉਹੀ ਕੱਲ ਕਹਿ ਰਹੀ ਹਾਂ ਤੁਹਾਨੂੰ, ਉਹਨਾਂ ਦੀ ਆਈਡੀਓਲੋਜੀ ਹੀ ਡਿਫਰੈਂਟ ਹੈ। ਦੱਸਿਆ ਉਹਨਾਂ ਨੇ ਕਿ ਵੀ ਸਾਡਾ ਇਸ ਤਰੀਕੇ ਨਾਲ ਆ ਚੀਜ਼ਾਂ ਸੀਗੀਆਂ ਜਾਂ ਸਾਨੂੰ ਇਸ ਤਰੀਕੇ ਨਾਲ ਇੱਧਰ ਭੇਜਿਆ ਗਿਆ। ਇੱਕ ਬੰਦਾ ਤੇ ਡਬਲ ਏਜੰਟ ਸੀਗਾ, ਸਾਨੂੰ ਵੀ ਇਨਫੋਰਮੇਸ਼ਨ ਦਿੰਦਾ ਸੀ, ਅਸੀਂ ਉਸ ਇਨਫੋਰਮੇਸ਼ਨ ਤੋਂ ਐਕਟ ਕਰਦੇ ਸੀਗੇ। ਤੇ ਨਗਰੋਟਾ 'ਚ ਉਹਨਾਂ ਨੇ ਜ਼ਿਆਦਾ ਪੈਸੇ ਪ੍ਰੋਮਿਸ ਕਰਤੇ ਜੋ ਮਿਲੇ ਨਹੀਂ ਉਹਨਾਂ ਨੂੰ, ਕਮ ਹੀ ਮਿਲੇ। ਤੇ ਉਹਨਾਂ ਨੇ ਜ਼ਿਆਦਾ ਪੈਸੇ ਪ੍ਰੋਮਿਸ ਕਰਤੇ ਤੇ ਉਹਨਾਂ ਨੇ ਸੋਚਿਆ ਕਿ ਸਾਨੂੰ ਪੈਸੇ ਮਿਲਣਗੇ ਤੇ ਉਹਨਾਂ ਨੇ ਦੱਸਿਆ ਨਹੀਂ ਨਗਰੋਟਾ ਦਾ ਕਿ ਇਹ ਕੀ ਕਰ ਰਹੇ ਨੇ। ਤੋ ਦੋਨੋਂ ਤਰਫ ਤੋਂ ਇਨਫੋਰਮੇਸ਼ਨ ਲੈ ਕੇ ਉਹ ਬੰਦਾ ਚੱਲਦਾ ਸੀ। ਕਿਉਂ? ਉਹਦੀ ਵੋਟੀ ਨੂੰ ਕੈਂਸਰ ਹੈ। ਓਕੇ, ਹੈ ਕੈਂਸਰ, झूठ नहीं है, उसको कैंसर है। ओके, तो ट्रीटमेंट के लिए पैसे चाहिए। मतलब जे ट्रीटमेंट ਲਈ ਪੈਸੇ ਚਾਹੀਦੇ ਆ ਤਾਂ ਮਤਲਬ ਕੁਝ ਵੀ ਮੈਂ ਪੁੱਛਿਆ, ਮੈਂ ਕਿਹਾ ਤੁਹਾਨੂੰ ਪਤਾ ਹੈ ਤੁਸੀਂ ਕੀ ਕੀਤਾ ਹੈ? ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਉਹ ਕੀ ਕਰ ਰਹੇ ਸੀ, ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਇਹ ਕੁਝ ਹੋਣਾ ਹੈ। ਕਿਵੇਂ ਤੁਸੀਂ ਫੇਸ ਟੂ ਫੇਸ? ਹੁਣ ਮੈਂ ਤੁਹਾਨੂੰ ਹੈਂਡ ਪਿਕ ਕਹਿ ਰਹੀ ਹਾਂ, ਹੈਂਡ ਪਿਕ ਕਰਦੇ ਨੇ, ਇਹਦੀ ਵੋਟੀ ਨੂੰ ਕੈਂਸਰ ਹੈ, ਜ਼ਰੂਰਤਮੰਦ ਲੋਕ, ਤੇ ਉਹਨਾਂ ਨੂੰ ਫਿਰ ਉਹ ਰਿਕਰੂਟਮੈਂਟ 'ਚ ਪਾਉਂਦੇ ਨੇ ਐਵੇਂ। ਕੀ ਤੁਸੀਂ ਮਹਿਸੂਸ ਕਰ ਰਹੇ ਸੀ ਕਿ ਮੈਂ ਕਿਹਦੇ ਨਾਲ ਗੱਲ ਕਰ ਰਹੀ ਹਾਂ? ਮਹਿਸੂਸ ਤੇ ਮੈਂ ਕਰ ਰਹੀ ਸੀ ਕਿ ਮੈਂ ਆਪਣੀ ਚੱਪਲ ਨਿਕਾਲਾਂ ਤੇ ਉਹਨੂੰ ਉੱਥੇ ਕੁੱਟ ਛੱਡਾਂ। ਸੀਰੀਅਸਲੀ ਮੈਂ ਤਾਂ ਉਹਨੂੰ ਪੁਲਿਸ ਵਾਲੇ ਨੂੰ ਵੀ ਕਿਹਾ, ਮੈਂ ਕਿਹਾ ਜੀ ਤੁਸੀਂ ਪੈਸੇ ਲੈ ਲਿਓ, ਇਹਨੂੰ ਕੁੱਟ ਛੱਡਣਾ ਇੱਕ ਵਾਰ ਤੇ ਇਹਨੂੰ ਲਾਲ ਪੀਲਾ ਕਰ ਦੇਣਾ। ਕਹਿੰਦੇ ਨਹੀਂ ਮੈਡਮ ਤੁਸੀਂ ਕੀ ਗੱਲ ਕਰਦੇ ਹੋ, ਐਸੇ ਥੋੜ੍ਹੀ ਹੁੰਦਾ ਹੈ। ਤੇ ਕਹਿੰਦਾ ਉਹ ਲਾਲ ਪੀਲੇ ਹੋ ਚੁੱਕੇ ਨੇ ਆਲਰੇਡੀ। ਵੀ ਅਸੀਂ ਪਹਿਲਾਂ ਸੇਵਾ ਕਰਤੀ ਇਹਨਾਂ ਦੀ ਪੂਰੀ ਕਰਤੀ। ਹੁਣ ਤੇ ਇਨਫੋਰਮੇਸ਼ਨ ਇਨਵੈਸਟੀਗੇਸ਼ਨ ਜਦ ਹੋਈ, ਜਦ ਇੰਨਾ ਸਾਰਾ ਪ੍ਰੂਫ ਸੀਗਾ, ਸਭ ਕੁਝ ਸੀਗਾ, ਤੇ ਇਨਵੈਸਟੀਗੇਸ਼ਨ ਤੇ ਹੁੰਦੀ ਹੈ। ਤੇ ਹੁਣ ਕੀ ਜਜਮੈਂਟ ਆਉਂਦੀ ਹੈ, ਅਸੀਂ ਵੇਟ ਕਰ ਰਹੇ ਹਾਂ, ਵੇਖਦੇ ਹਾਂ ਕੀ ਜਜਮੈਂਟ ਆਉਂਦੀ ਉਹਨਾਂ 'ਤੇ। ਸਭ ਤੋਂ ਜ਼ਿਆਦਾ ਸਮਾਂ ਕਿਹੜੀ ਕਿਤਾਬ ਨੂੰ ਦਿੱਤਾ ਤੁਸੀਂ? ਕਿਉਂਕਿ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ, ਤੇ ਸਮਾਂ ਕਿਹੜੀ ਕਿਤਾਬ ਨੂੰ ਜ਼ਿਆਦਾ ਦਿੱਤਾ ਤੁਸੀਂ? ਮੋਸਟਲੀ ਨਾਲੇ ਦਿਲ ਦੇ ਨੇੜੇ ਵੀ ਇੱਕ ਕਿਤਾਬ ਹੁੰਦੀ ਹੈ ਵੀ ਜ਼ਿਆਦਾ ਇਹ ਹੈ, ਉਹ ਕਿਹੜੀ ਹੈ? ਨਹੀਂ, ਤੁਸੀਂ ਹੁਣ ਮਾਂ ਨੂੰ ਕਹੋਗੇ ਤੁਹਾਡਾ ਕਿਹੜਾ ਫੇਵਰੇਟ ਬੱਚਾ ਹੈ, ਉਹ ਤੇ ਕਦੀ ਵੀ ਕਹੇਗੀ ਨਹੀਂ ਬੱਚਿਆਂ ਦੇ ਸਾਹਮਣੇ ਨਾ। ਮਾਂ ਦੇ ਜੇ 2 ਬੇਟੇ ਨੇ ਉਹ ਕੁੜੀ ਦੇ ਗੱਲ ਹੱਥ ਕਰ ਦੇਗੀ ਮੇਰੀ ਤਾਂ ਕੁੜੀ ਫੇਵਰੇਟ ਹੈ। ਮੋਸਟਲੀ ਇਹ ਹੁੰਦਾ ਹੈ। ਤੇ ਕੁੜੀ ਫਿਰ ਪਿਕਅਪ ਕਰਨੀ ਪੈਣੀ ਹੈ ਨਾ। ਸਭ ਤੋਂ ਜ਼ਿਆਦਾ ਟਾਈਮ ਲੱਗਿਆ ਨਗਰੋਟਾ,
ਓਕੇ हाँ जी। ਤੇ ਥੋੜਾ ਟਾਈਮ ਵੀ ਲੱਗ ਗਿਆ ਕਿਉਂਕਿ परमिशंस टाइम लगता है ना। देखिए ये जड़ी ये लिखना लिखाना होता है ये बहुत ट्रस्ट पे चलता है। आप अच्छा काम कर रहे हैं, मैं अच्छा काम कर रही हूँ, ये आपको कैसे पता कि मैं अच्छा काम कर रही हूँ? आपको सालों लग जाते हैं एक ट्रस्ट बनाने में कि हाँ आप अच्छा काम कर रहे हो, सालों लग जाते हैं। ਕਿਹਦੇ ਪ੍ਰਤੀ ਫਿਰ ਟਰਸਟ ਬਿਲਡ ਕਰਦੇ ਹੋ ਤੁਸੀਂ ਇਹ? ਬਿਲਕੁਲ ਕਰਦੇ हैं। ट्रस्ट किवें बिल्ड करते हो? तुसी गलत काम नहीं करके, तुसी सही काम करके, तुसी फैमिली ਨੂੰ विश्वास दिलाते हो कि दिस इज़ नॉट अ कमर्शियल प्रोजेक्ट, दिस इज़ समथिंग आई वांट टू डू आपकी फैमिली के लिए, देश के लिए, आपके बेटे के लिए, है ना। और जब फैमिली कन्विंस होती है आप तभी करते हो। आप ये देखो, मैं जब कई सवाल होते हैं, इतने मुश्किल सवाल होते हैं फैमिली को करने के लिए। आप किसी माँ से कैसे पूछोगे कि आंटी आपने जब अक्षय को आखिरी बार देखा तो आपको कैसा लगा? ये सवाल जितना इसका जवाब मुश्किल है उतना ही सवाल मुश्किल है। आप कैसे पूछोगे? मैं कहा मैं फ़ोन करूँगी तो मैं रोऊंगी, मिलने जाऊँगी तो मैं और रोऊंगी। तो मैंने उनको वॉइस नोट भेजा और मैं वॉइस नोट में भी रो रही थी। अभी भी मेरे हाथ कांपने लग जाते हैं जब मैं ये बात सोचती हूँ। तो उन्होंने, वो तो माँ है तो उसको तो पता लग गया, उनको तो मेरी आवाज़ में भी पता लग गया। तो कहते बेटे तू अभी किताब छोड़ दे, तू जा घूमने, टेक अ ब्रेक, है ना। तो ये है, तो ट्रस्ट बिल्डिंग जो होती है आपकी, ये आप इंसान के कैरेक्टर से आती है। तो आपका कैरेक्टर सही, और कैरेक्टर एक ग्लास की तरह होता है, आप उसके थ्रू एंड थ्रू देख सकते हो, और जो समझदार लोग होते हैं वो देख लेते हैं। ਜਦੋਂ ਕਿਤਾਬ ਫਾਈਨਲ ਹੋਈ ਫਿਰ ਤੁਸੀਂ ਇਹ ਕਿਹੜੇ ਰਾਵਾਂ ਚੋਂ ਨਿਕਲ ਕੇ ਇਹਨੂੰ ਰਿਲੀਜ਼ ਕੀਤਾ ਜਾ ਕੇ ਚੰਡੀਗੜ੍ਹ? हाँ जी, चंडीगढ़ किता, उत्थे जनरल हुड्डा सीगे, ते जनरल हुड्डा दी ते बहुत वड्डी लैगेसी हैगी है, क्योंकि जिहड़ा सर्जिकल स्ट्राइक असी किता सीगा वो मास्टरमाइंड सीगे सर्जिकल स्ट्राइक। ते नगरोटा जिहड़ा होया ਉਹ ਜਨਰਲ ਹੁੱਡਾ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਸੀਗੇ, ਬਿਕੋਜ਼ ਹੀ ਵਾਸ ਗੈਟਿੰਗ ਰਿਟਾਇਰਡ। 31 ਤਾਰੀਖ ਉਹ ਰਿਟਾਇਰ ਹੋ ਰਹੇ ਸੀਗੇ। 29 ਤਾਰੀਖ ਜਨਰਲ ਬਾਜਵਾ ਹੀ ਵਾਸ ਟੇਕਿੰਗ ਓਵਰ ਚੀਫ ਆਫ ਪਾਕਿਸਤਾਨ, ਅਤੇ ਤਾਂ ਹੀ ਉਹਨਾਂ ਨੇ ਇੱਕ ਦਿਨ ਉਹਨਾਂ ਨੇ ਇਹ ਸਾਰਾ ਆਪਰੇਸ਼ਨ ਡਿਲੇ ਕੀਤਾ। ਉਹਨਾਂ ਨੇ ਕਰਨਾ ਸੀਗਾ 28 ਅਤੇ ਆਉਣਾ ਸੀਗਾ 27, ਲੇਕਿਨ ਉਹ ਲੋਕ ਆਏ 28 ਅਤੇ ਉਹਨਾਂ ਨੇ ਇਹ ਅਟੈਕ ਕੀਤਾ 29 ਨੂੰ। ਲਾਊਡ ਐਂਡ ਕਲੀਅਰ ਮੈਸੇਜ ਦੇ ਵਾਂਟਡ ਟੂ ਗਿਵ, ਲੇਕਿਨ ਅਸੀਂ ਸਾਡੀ ਫੋਰਸਿਸ ਜ਼ਿੰਦਾ ਤੇ ਨਹੀਂ ਜਾਣ ਦਿੱਤਾ ਉਹਨਾਂ ਨੂੰ, ਤਿੰਨੋਂ ਦੇ ਤਿੰਨੋਂ। ਤੁਸੀਂ ਮੈਮ ਅਕਸਰ ਤੁਸੀਂ ਪਟਿਆਲਾ ਕਿਹਾ ਕਿ ਮੈਂ ਪਟਿਆਲਾ ਦੇ ਵਿੱਚ ਰਹਿੰਦੀ ਹਾਂ, ਮੇਰਾ ਘਰ ਹੈ, ਮੇਰਾ ਬੌਨ ਇੱਥੋਂ ਦਾ ਹੈ, ਪਰ ਤੁਸੀਂ ਕਹਿੰਦੇ ਹੋ ਕਿ ਮੇਰਾ ਸਾਰਾ ਦੇਸ਼ ਹੀ ਘਰ ਹੈ, ਇਹ ਕਿਉਂ? ਦੇਖिए ਮੈਂ ਹੋਈ ਸੀਗੀ ਪੈਦਾ ਜਲੰਧਰ ਮਿਲਟਰੀ ਹਸਪੀਟਲ, ਓਕੇ, ਹੈ ਨਾ, ਅਤੇ ਉਸ ਤੋਂ ਬਾਅਦ ਮੇਰੇ ਫਾਦਰ ਪੋਸਟਡ ਸੀਗੇ ਸੂਰਤਗੜ੍ਹ ਰਾਜਸਥਾਨ, ਫਿਰ ਉਹ ਗਏ IPKF, ਅਤੇ ਅਸੀਂ ਸੀਗੇ ਚੇਨਈ, ਹਾਂਜੀ, ਅਤੇ ਫਿਰ ਅੰਬਾਲਾ, ਹੈ ਨਾ, ਅਤੇ ਘੁੰਮਦੇ ਰਹਿੰਦੇ ਆ ਪੂਰਾ ਦੇਸ਼। ਹੁਣ ਮੈਨੂੰ ਇਹ ਬਿਲਕੁਲ ਲੈਂਗੁਏਜ ਦਾ ਲੋਕ ਕਹਿੰਦੇ ਨੇ ਕੰਨੜਾ ਬੋਲੋ, ਤਮਿਲ ਬੋਲੋ, ਮੈਨੂੰ ਸਮਝ ਹੀ ਨਹੀਂ ਆਉਂਦਾ। ਬੋਲ ਲੈਂਦੇ ਹੋ ਇੰਨੀਆਂ ਥਾਵਾਂ 'ਤੇ ਰਹੇ ਹੋ ਤੁਸੀਂ? ਹਾਂ, ਤਾਂ ਸਿੱਖਦੇ ਹਾਂ ਅਸੀਂ ਮਾੜੀ ਮੋਟੀ। ਹੁਣ ਪੰਜਾਬੀ ਵੀ ਮੈਨੂੰ ਮਾੜੀ ਮੋਟੀ ਆਉਂਦੀ ਹੈ ਨਾ, ਅਤੇ ਕੰਨੜਾ ਵੀ ਆਉਂਦੀ ਹੈ, ਊਟਾ ਕੋੜੀ, ਨੀਰ ਕੋੜੀ। ਬੈਂਗਲੋਰ ਰਹਿੰਦੀ ਹਾਂ, ਜਿੱਥੇ ਵੀ ਰਹਿੰਦੇ ਹੋ। ਮੈਂ ਛੋਟੀ ਜਿਹੀ ਸੀਗੀ ਅਤੇ ਮੈਂ ਉਹ ਲਿਫਟ ਮੈਨ ਮੈਨੂੰ ਲੈ ਕੇ ਜਾਂਦਾ ਸੀਗਾ ਚੇਨਈ, ਅਤੇ ਉਹ ਮੈਨੂੰ 1 2 3 ਸਿਖਾਉਂਦਾ ਸੀਗਾ तमिल च। ओके, हाँ जी, तो सीखते हैं, क्यों नहीं, जिथे रहना है चलो। लेकिन आई थिंक ये जो इन्फोर्समेंट हो जाती है कि यही करना है, ये नहीं करना है, पूरा देश आपका है ना। कई बच्चे नहीं सीख पाते। अब एक भाषा सीखना बहुत आसान काम भी नहीं है। अब बोलो आप हमारे स्टेट में आओगे तो आपको सीखनी पड़ेगी, तो ये थोड़ा मेरे को इन्फोर्स लगता है ना। थोड़ा सा हमको सेंसिटिव होना चाहिए इन चीज़ों के लिए, और ऐसे नहीं करना चाहिए। ਹੁਣ ਅੱਗੇ ਕੀ ਕੁਛ ਕਿਹੜੀਆਂ ਕਿਤਾਬਾਂ ਆ ਰਹੀਆਂ ਨੇ ਤੁਹਾਡੀਆਂ? ਹੁਣ ਤੇ ਮੈਂ ਰੈਸਟ ਕਰ ਰਹੀ ਹਾਂ ਜੀ। ਅਜੇ ਕੋਈ ਨਹੀਂ ਆ ਰਹੀ? ਓਕੇ, ਹੁਣ ਤੇ ਥੋੜੀ ਥੈਰੇਪੀ ਚੱਲ ਰਹੀ ਹੈ, ਉਸ ਤੋਂ ਬਾਅਦ ਫਿਰ ਮੈਂ
ਕੁਝ ਸੋਚਾਂਗੀ ਲਿਖਣ ਲਈ। ਹਾਂਜੀ, Okay. ਇੱਕ ਦੋ ਪ੍ਰਪੋਜ਼ਲਸ ਆਏ ਨੇ ਤੇ ਮੈਂ ਕੰਸੀਡਰ ਕਰ ਰਹੀ ਹਾਂ ਉਹਨਾਂ ਨੂੰ। ਓਕੇ, ਥੋੜਾ ਰੈਸਟ ਵੀ ਚਾਹੀਦਾ ਹੁੰਦਾ ਹੈ, ਬਿਲਕੁਲ, ਬਿਲकुल, ਇੰਨਾ ਬਹੁਤ ਜ਼ਿਆਦਾ इमोशनल हो जाती हैं, थकावट हो जाती है आपको, सिर्फ फिजिकल नहीं इमोशनल थकावट भी हो जाती है ऐसी आप किताबें जब लिखते हो तो एक थोड़ा सा रीसेट रीकूप करना ज़रूरी होता है। बट आई एम होपिंग, बट लिखूंगी तो अच्छा ही लिखूंगी, देश के लिए लिखूंगी। ਨਹੀਂ ਬਿਲਕੁਲ ਮੈਮ, ਜਾਂਦੇ ਕੋਈ ਸੁਨੇਹਾ ਤੁਹਾਡੇ ਵੱਲੋਂ ਹੋਏਗਾ ਜਿਹਨੇ ਤੁਹਾਡੇ ਸੁਣਨ ਵਾਲੇ ਸਰੋਤੇ ਨੇ? हाँ जी, ਕੋਈ ਸੁਨੇਹਾ? ਮੈਂ ਲੋਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਜਿੰਨੇ ਵੀ ਸਾਡੇ ਦੇਸ਼ਵਾਸੀ ਨੇ ਉਹ ਇਹੋ ਜਿਹੇ ਦੇਸ਼ਵਾਸੀ ਬਣਨ ਕਿ ਕੋਈ ਸੋਲਜਰ ਤੁਹਾਡੇ ਲਈ ਮਰਨ ਨੂੰ ਅਫਸੋਸ ਨਾ ਕਰੇ। ਬਸ ਇਹੀ ਕਹਿਣਾ ਚਾਹੁੰਦੀ ਹਾਂ। ਬਿਲਕੁਲ, ਇਸ ਦੇ ਵਿੱਚ ਬਹੁਤ ਕੁਛ ਹੈ। ਬਹੁਤ ਸ਼ੁਕਰੀਆ ਮੈਮ, ਤੁਸੀਂ ਸਮਾਂ ਦਿੱਤਾ ਅਤੇ ਬਹੁਤ ਸਮਾਂ ਕੀਮਤੀ ਸੀਗਾ ਤੁਹਾਡਾ। ਤੁਸੀਂ ਸਾਨੂੰ ਸਮਾਂ ਦਿੱਤਾ, ਸਾਡੇ ਚੈਨਲ ਦੇ ਉੱਤੇ, ਅਤੇ ਸਾਡੇ ਸਰੋਤੇ ਸੁਣਨਗੇ ਹਿੰਦੀ, ਪੰਜਾਬੀ, ਅੰਗਰੇਜ਼ੀ ਦੇ ਵਿੱਚ। ਥੈਂਕ ਯੂ ਸੋ ਮਚ ਜੀ, ਤੁਸੀਂ ਆਏ, ਥੈਂਕ ਯੂ ਸੋ ਮਚ। ਥੈਂਕ ਯੂ।